ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੈਸ ਬਤੀਤ ਗਈ ਮਮ ਸਾਰੀ। ਜਰਾ ਗਰਾਸ ਲੀय ਦੇਹ ਹਮਾਰੀ। ਅੰਤ ਸਮਾ ਅਬ ਭਇਓ ਸਮੀਪਾ। ਸੁਨ ਬੋਲੇ ਬੇਦੀ ਕੁਲ ਦੀਪਾ। ਬੈਸ ਬਤੀਤ ਗਈ ਮਮ ਸਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਿਕ ਜੋਤ ਜਾਗਦੀ ਜੋਤ। ਚੌਵਰ ਛਤਰ ਸਿੰਘਾਸਣ ਤਖਤ ਦੇ ਮਾਲਕ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸੰਧਿਆ ਦੇ ਸਮੇਂ ਤੋਂ ਹੀ ਆਪ ਗੁਰੂ ਕੀਆਂ ਸੰਗਤਾਂ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰ ਰਹੇ ਹੋ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਦੀਵਾਨ ਸਜ ਰਹੇ ਹੈ। ਗੁਰੂ ਚਰਨਾਂ ਵਿੱਚ ਤਿਲ ਫੁੱਲ ਭੇਟਾ ਅਰਪਣ ਕਰਕੇ ਚਰਨਾਂ ਵਿੱਚ ਨਮਸਕਾਰ ਕਰਕੇ ਨਤਮਸਤਕ ਹੋ ਕਰਕੇ ਤੁਰਕੀ ਬਾਣੀ ਦੇ ਜਾਪ ਪੜ੍ਹ ਸੁਣ ਕੇ ਆਪ ਸੰਗਤਾਂ ਲਾਹੇ ਪ੍ਰਾਪਤ ਕਰ ਰਹੇ ਹੋ ਅਤੇ ਕਰਦੇ ਹੋ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਗੁਰੂ ਨਾਨਕ ਦੇਵ ਗੋਬਿੰਦ ਰੂਪ ਗੁਰੂ ਨਾਨਕ ਸਾਹਿਬ ਜੀ ਹਨ, ਉਹਨਾਂ ਦੀ ਪਾਵਨ ਪਵਿੱਤਰ ਕਥਾ ਲੜੀਵਾਰ ਰੂਪ ਵਿੱਚ ਆਪਾਂ ਵਿਚਾਰ ਰਹੇ ਹਾਂ, ਪੜ੍ਹ ਸੁਣ ਰਹੇ ਹਾਂ ਮਿਲ ਜੁਲ ਕੇ।
ਜਿਵੇਂ ਗੁਰੂ ਸਾਹਿਬ ਜੀ ਮਾਤਾ ਪਿਤਾ ਜੀ ਨੂੰ ਉਹ ਕਹਿਣੇ ਕਰਕੇ ਮਾਤਾ ਜੀ ਦੇ ਪਿਤਾ ਜੀ ਦੇ ਵੀ ਪੁੱਤਰ ਜੀ ਚਲੋ ਘਰ ਚਲੋ, ਸੋਹਣੇ ਘਰ ਬਣਾਏ ਹੈ, ਤੁਹਾਡੇ ਵਾਸਤੇ ਤੇ ਬਣਾਏ ਹੈ ਉਹ। ਤੇ ਆਪ ਜੀ ਕਿਉਂ ਇਹਨੇ ਉਪਰਾਮ ਰਹਿੰਦੇ ਹੋ ਹਿਰਦੇ ਵਿੱਚ, ਜਿਸ ਕਰਕੇ ਘਰ ਚਰਨ ਨਹੀਂ ਪਾਉਣਾ ਚਾਹੁੰਦੇ। ਤੇ ਸਤਿਗੁਰੂ ਜੀ ਨੂੰ ਮਾਤਾ ਜੀ ਮਿਲ ਕੇ ਕਹਿੰਦੇ ਆ, ਪੁੱਤਰ ਜੀ ਅਸੀਂ ਤੁਹਾਡੇ ਤੋਂ ਵਾਰਨੇ ਜਾਂਦੇ ਹਾਂ, ਸਦਕੇ ਜਾਂਦੇ ਹਾਂ। ਅੱਜ 12 ਸਾਲ ਬਾਅਦ ਤੁਸਾਂ ਨੇ ਦਰਸ਼ਨ ਦਿੱਤੇ ਆ, ਮੈਨੂੰ ਮਾਂ ਨੂੰ ਨਿਹਾਲ ਕੀਤਾ ਹੈ, ਮੈਂ ਤੁਹਾਡੇ ਤੋਂ ਸਦਕੇ ਜਾਵਾਂ, ਵਾਰੀ ਜਾਵਾਂ। ਇਹ ਸੁਣ ਕੇ ਗੁਰੂ ਸਾਹਿਬ ਜੀ ਨੇ ਵੀ ਮਾਤਾ ਜੀ ਸਾਨੂੰ ਕਹਿੰਦੇ ਅਸੀਂ ਵਾਰੀ ਜਾਈਏ ਤੁਹਾਡੇ ਤੋਂ, ਪਰ ਹੈ ਪਰਮੇਸ਼ਰ ਅਸੀਂ ਤੇ ਤੇਰੇ ਤੋਂ ਵਾਰਨੇ ਜਾਂਦੇ ਹਾਂ। ਉਹ ਸ਼ਬਦ ਵਡਹੰਸ ਰਾਗ ਦੇ ਵਿੱਚ ਉਚਾਰਨ ਕੀਤਾ ਕਿ ਹੇ ਮਾਤਾ ਜੀ, ਜਿਵੇਂ ਅਮਲੀ ਅਮਲ ਨਾ ਅੰਬੜੈ, ਮੱਛੀ ਨੀਰ ਨਾ ਹੋਏ, ਜੋ ਰੱਤੇ ਸਹਿ ਆਪਣੈ, ਤਿਨ ਭਾਵੈ ਸਭ ਕੋਏ। ਮਾਤਾ ਜੀ ਜਿਵੇਂ ਅਮਲੀ ਨੂੰ ਅਮਲ ਨਾ ਮਿਲੇ, ਨਾ ਪਹੁੰਚੇ, ਉਹ ਬੜਾ ਦੁਖੀ ਔਖਾ ਹੁੰਦਾ ਹੈ। ਜਿਵੇਂ ਮੱਛੀ ਨੂੰ ਜਲ ਨਾ ਪ੍ਰਾਪਤ ਹੋਵੇ ਤਾਂ ਉਹ ਮਰ ਜਾਂਦੀ ਹੈ, ਇਸੇ ਤਰ੍ਹਾਂ ਜਿਹੜੇ ਉਸ ਵਾਹਿਗੁਰੂ ਮਾਲਕ ਦੇ ਰੰਗ ਵਿੱਚ ਰੱਤੇ ਆ, ਰੰਗੇ ਹੈ, ਉਹਨਾਂ ਨੂੰ ਭਾਵੇਂ ਸਾਰਾ ਕੁਝ ਮਿਲ ਜਾਏ, ਪਰ ਜੇ ਇੱਕ ਪਰਮੇਸ਼ਰ ਨਾ ਮਿਲੇ ਤਾਂ ਉਹ ਮਰ ਜਾਂਦੇ ਹੈ। ਉਹ ਸਤਿਗੁਰੂ ਜੀ ਨੇ ਉਹ ਆਪਣੀ ਹੀ ਅਵਸਥਾ ਮਾਤਾ ਜੀ ਨੇ ਵੀ ਜਣਾਈ ਹੈ, ਦੱਸਿਆ ਹੈ। ਇਹ ਵਡਹੰਸ ਰਾਗ ਦੇ ਵਿੱਚ ਜਦੋਂ ਗੁਰੂ ਜੀ ਨੇ ਸਿੱਖਿਆ ਦਿੱਤੀ, ਫਿਰ ਕਹਿਣ ਲੱਗੇ, ਪੁੱਤਰ ਜੀ ਤੁਸੀਂ ਸਾਡੇ ਆਖੇ ਲੱਗੋ, ਆਸਾਂ ਨੇ ਭੋਜਨ ਮਿੱਠੇ ਮਿੱਠੇ ਤੁਹਾਡੇ ਛਕਣ ਵਾਸਤੇ ਲਿਆਂਦੇ, ਤੁਸੀਂ ਭੋਜਨ ਛਕੋ, ਇਹਨਾਂ ਨੂੰ ਖਾਓ, ਮੈਂ ਬਹੁਤ ਖੁਸ਼ ਹੋਵਾਂਗੀ ਜੇ ਤੁਸੀਂ ਛਕੋਗੇ। ਫਿਰ ਗੁਰੂ ਸਾਹਿਬ ਜੀ ਨੇ ਸ੍ਰੀ ਰਾਗ ਦੇ ਵਿੱਚ ਸ਼ਬਦ ਉਚਾਰਨ ਕੀਤਾ, ਕਹਿਣ ਲੱਗੇ ਹੈ, ਸਭ ਰਸ ਮਿੱਠੇ ਮੰਨਿਆ, ਸੁਣਿਆ ਸਾ ਲੂਣੇ, ਖੜ ਤੁਰਸੀ ਮੁਖ ਬੋਲਣਾ, ਮਾਰਨ ਨਾਦ ਕੀਏ। ਜਿਹੜਾ ਅਸੀਂ ਪਰਮੇਸ਼ਰ ਦੇ ਨਾਮ ਦਾ ਮੰਨਣਾ ਕੀਤਾ, ਨਿਸ਼ਚੇ ਕੀਤਾ ਹੈ, ਇਹ ਹੀ ਸਾਰੇ ਮਿੱਠੇ ਰਸਾਂ ਦੇ ਪਦਾਰਥ ਐਸਾ ਨੇ ਛਕਣੇ ਕੀਤੇ ਹੈ। ਜਿਹੜਾ ਉਸ ਵਾਹਿਗੁਰੂ ਦੇ ਨਾਮ ਨੂੰ ਸੁਣਿਆ ਹੈ, ਇਹ ਨਮਕ ਵਾਲੇ ਪਦਾਰਥ ਹੈ, ਸਾਰੇ ਛਕਣੇ ਕੀਤੇ। ਇਸੇ ਤਰ੍ਹਾਂ ਜਿਹੜਾ ਮੁੱਖੋਂ ਵਾਹਿਗੁਰੂ ਵਾਹਿਗੁਰੂ ਸਤਿਨਾਮ ਦਾ ਬੋਲਣਾ ਕੀਤਾ ਹੈ, ਇਹ ਅਸਾਂ ਨੇ ਖੱਟੇ ਜਿਹੜੇ ਹੈ ਉਹ ਭੋਜਨ ਛਕਣੇ ਕੀਤੇ ਹੈ। ਵਾਹਿਗੁਰੂ ਦਾ ਜਿਹੜਾ ਉਪਦੇਸ਼ ਲੈ ਕੇ ਸਿੱਖਾਂ ਨੂੰ ਦੇਣਾ ਕੀਤਾ ਹੈ, ਇਹ ਵਿੱਚ ਮਸਾਲੇ ਪਾਉਣੇ ਕੀਤੇ ਹੈ। ਜਿਹੜਾ ਵਾਹਿਗੁਰੂ ਨੂੰ ਸ਼ਕਤੀ ਹੈ ਅੰਮ੍ਰਿਤ ਭਾਵ ਇੱਕ ਜੋ ਪਰਮੇਸ਼ਰ ਨਾਲ ਪ੍ਰੇਮ ਕੀਤਾ ਰੱਖਿਆ ਹੈ, ਇਹੋ 36 ਪ੍ਰਕਾਰ ਦੇ ਭੋਜਨ ਹੈ। ਪਰ ਹੇ ਮਾਤਾ ਜੀ, ਜਾ ਕੋ ਨਦਰ ਕਰੇ, ਜਿਨ੍ਹਾਂ ਦੇ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਕਰੇ, ਉਹੀਓ ਇਹ ਅੰਤਰੀ ਭੋਜਨ ਛਕਦੇ, ਨਹੀਂ ਤੇ ਜਿਹੜੇ ਹੇ ਪਿਤਾ ਜੀ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ, ਮਨ ਮਹਿ ਚੱਲੈ ਵਿਕਾਰ ਹੈ। ਜਿਹੜਾ ਹੋਰ ਐਸੇ ਭੋਜਨ ਨੂੰ ਛੱਡ ਕੇ ਬਾਹਰੀ ਭੋਜਨ ਵੰਨ ਸਵੰਨੇ ਖਾਣੇ ਹੈ ਤੇ ਖੁਸ਼ੀਆਂ ਕਰਨੀਆਂ, ਤੇ ਬੰਦੇ ਨੂੰ ਖਰਾਬ ਕਰ ਦਿੰਦਾ ਜੀਵ ਨੂੰ। ਜਿਸ ਨੂੰ ਖਾਦਿਆਂ ਸਰੀਰ ਵੀ ਪੀੜਤ ਦੁਖੀ ਹੁੰਦਾ ਹੈ, ਵੱਧ ਘੱਟ ਖਾਣ ਨਾਲ ਮਨ ਵਿੱਚ ਹੀ ਵਿਕਾਰ ਚੱਲਦੇ ਹੈ ਵੀ ਮੈਂ ਚੰਗਾ ਖਾਣਾ, ਵੇਖੋ ਮੇਰੀ ਦੇਹ ਕਿਵੇਂ ਹੈ, ਕਿਵੇਂ ਮੇਰਾ ਸਰੀਰ ਹੈ। ਜਦੋਂ ਇਹ ਕੁਝ ਸਤਿਗੁਰੂ ਜੀ ਨੇ ਉਪਦੇਸ਼ ਰਾਹੀਂ ਦਿੱਤਾ, ਫਿਰ ਕਹਿਣ ਲੱਗੇ, ਮਾਤਾ ਜੀ ਪੁੱਤਰ ਤੁਹਾਡਾ ਸੰਤ ਸੁਭਾਅ ਹੈ, ਅਤੇ ਤੁਸੀਂ ਜਿਹੜੇ ਅਸਾਂ ਨੇ ਜਿਹੜੇ ਚੰਗੇ ਵਸਤਰ ਲਿਆਂਦੇ ਉਹ ਪਾ ਲਓ, ਹਾਂ ਜਿਹੜੇ ਕਖਾਏ ਜੇ ਪਾਏ ਤੁਸਾਂ ਨੇ ਭਗਵਿਆ ਵੇਸ, ਇਹ ਨਹੀਂ ਚੰਗਾ ਲੱਗਦਾ, ਤੁਹਾਨੂੰ ਇਹ ਛੱਡ ਦਿਓ।
महाराज कहते भी असां ते चंगे वस्त्र पहने हुए हैं। पिता जी कहन लगे भी वो किहड़े पाए हुए वस्त्र सानू ते किते दिख नहीं रहे, असीं ते जदों वेखदे हां भंगवा कपड़ा ही देखदे हां, जे पाए होण ते उपर दिखण ना सानू, किहड़े वस्त्र पाए सानू दसो। फिर महाराज जी ने दूसरा शब्द उच्चारण किया, रत्ता पहनण मन रत्ता। जिहड़ा साडा मन वाहिगुरू दे नाम विच तदाकार होया है, ਇਹ असां ने लाल रंग का पोशाका पहनिया है। सफेदी सतदान, जिहड़ा सच का दान के जानना कीता है ते सच स्वरूप का सिखां नूं नाम दान बख्शना कीता है, नाम का दान दिता। ये असां ने चिट्टे रंग की पोशाक पहनी हुई है। नीली स्याही कदा करनी पहरन पैर ध्यान। ते जिहड़ी पापां रूपी कालख स्याही कटना कीती है, अविद्या रूपी शाही कालख कटना कीती है। ये असां ने नीले रंग की पोशाक पहनी हुई है, पहरन पैर ध्यान। माता जी पिता जी जिहड़ा वाहिगुरू के चरणों का हर वेले ध्यान करना कीता है, ये असां ने जिहड़ा है पैरन कहिए चोगा सोहना पहनना कीता, सारे वस्त्र पहने हुए हैं। इस तो इलावा बाबा होर पहनना खुशी खुआर, जित पैदे तन पीड़िए मन में चले विकार। हे पिता जी जिहड़ा होर रंग बिरंगे कपड़ा नूं पाउणा है, वन सवन्ने पा के खुशियां करनियां है, ये तो जीव नूं खराब कर दिंदा है। जिन्हां नूं पाया होया शरीर भी दुखी हुंदा है, मन में चल है विकार, दूसरिਆਂ ਦੇ ਮਨਾਂ ਵਿੱਚ ही विकार चलते हैं। आप भी हंकार रूपी विकार चलता भी मैं बड़ा सोहना बनया ठणिया हाँ। जिवें भगत महाराज रविदास जी, उन्होंने वो एक बार प्रेमी प्यारे दे लड़के की शादी सी, वो बार बार कहने करके पोशाका सोहना पा लिया, वो नहीं दिता सी जिन्हां दा शादी सी कि भगत जी तुसीं नाल ही जाना है। बहुता मना करन दे जो नहीं हटे तो भगत जी तैयार हो गए। एक घोड़ी जी लै आंदी, सोहना पोशाका पहन आके भगत रविदास जी ने तो जो घोड़ी दे बैठे है तो शरीर जा आकड़ गया है, मन च थोड़ा आ गया भी मैं अज बहुत बनया ठणिया हाँ। जिस करके वो घोड़ी तो छाल मार के उतर गए तो उस वेले कपड़े कुपड़े सारे ला मारे। वो प्रेमी आके कहन लगा भी भगत महाराज तुसीं नाल ही जांदे, तुहाडी तो असीं तैयारी कीती है सारी। भगत जी कहते असीं नहीं जाना है। कहते क्यों नहीं जाना है? फिर उदों ही शरीर अपने देह की हालत जी दसदे होए कहते तू काए गर्भ है बावली, हे देह हे शरीर कमलिए चलिए देह, तू कदा हंकार जिहा करदी है। जैसे भादों खूंबराज तू तिस ते खरी उतावली। जिवें भादरों के महीने विच खुंबां हुंदियां इन्हां दा राज हुंदा, वो तो फिर भी कोई दिन रहिंदियां खुंबां भी भादरों महीने विच रहिंदियां हे दे कमलिए तू तो उस तो भी खरी उतावली छेती जाण वाली है। तैनूं ते पता है कोई नहीं तू कदों नाश हो जाना है। एवें तुझे सुजंता कछू ना है, वन सवन्ने पा के तेन सोचता ही कुछ नहीं है। अपने आप नूं देख के जिहड़ा मैं उच्चा होनी है हंकार करदी है, तो तेनों ये नहीं पता तेरी गर्दन ऊपर लवै काओ, गर्भवती को ना ही ठाओ। हंकार वाले नूं किते थां नहीं है। तेरी गिच्ची उपर वो काल रूपी कां जिहड़ा हर वेले बोल रहा है, कदों तेनों खत्म कर देगा। तू काहदा मान करदी है पोशाके कपड़े जे पहन के। एवें इसे तरह ही सतगुरु जी ने इत्थे उपदेश किया है, वो आपां विस्तार नाल सारा जिहड़ा सरवणकारी लिया। पिता जी कहते घोड़ी उपर चढ़ो असीं लैके आए हैं। गुरु जी ने उत्थे भी जवाब दिता बाबा होर चढ़ना खुशी खुआर,
ਜਿਤ ਚੜਿਆ ਤਨ ਪੀੜੀਐ ਮਨ ਮੈਂ ਚੱਲੈ ਵਿਕਾਰ। ਵੀ ਜਿਹਦੇ ਤੇ ਚੜਿਆ ਮਨ 'ਚ ਵਿਕਾਰ ਹੀ ਚੱਲ ਜਾਏ, ਹੰਕਾਰ ਹੋ ਜੇ ਵੀ ਮੈਂ ਤੇ ਸੂਬੇਦਾਰ ਹਾਂ, ਨੰਬਰਦਾਰ ਹਾਂ, ਘੋੜੀ ਤੇ ਚੜਿਆ ਹੁੰਨਾ ਹਾਂ, ਤੇ ਇਹ ਤੇ ਕਿਉਂ ਚੜਨਾ ਹੈ। ਉਹ ਅੰਤਰੀਵ ਜਿਹੜੇ ਹੈ ਘੋੜਾ ਤੇ ਉੱਪਰ ਸੂਰਮੇ ਦੀ ਜਿਹੜਾ ਦ੍ਰਿਸ਼ ਸਤਿਗੁਰੂ ਜੀ ਨੇ ਦਿਖਾਇਆ। ਫਿਰ ਕਹਿਣ ਲੱਗੇ ਮਾਤਾ ਜੀ ਪੁੱਤਰ ਜੀ ਅਸਾਂ ਨੇ ਸੋਹਣਾ ਘਰ ਬਣਾਇਆ ਤੁਹਾਡੇ ਵਾਸਤੇ, ਕੱਚੇ ਮਕਾਨ ਢਾਹ ਦਿੱਤੇ ਹੈ, ਪੱਕੇ ਪਾ ਲਏ ਹੈ, ਸੋਹਣਾ ਰੰਗ ਰੋਗਨ ਕੀਤਾ, ਉੱਥੇ ਆ ਕੇ ਦੇਖੋ, ਚਲੋ ਆਪਣੇ ਚਰਨ ਪਾਓ। ਉੱਥੇ ਵੀ ਮਹਾਰਾਜ ਨੇ ਇਹ ਕਿਹਾ ਮਾਤਾ ਜੀ ਪਿਤਾ ਜੀ ਬਾਬਾ ਹੋਰ ਸੋਹਣਾ ਖੁਸ਼ੀ ਖੁਆਰ, ਜਿਤ ਸੁੱਤੈ ਤਨ ਪੀੜੀਐ ਮਨ ਮਹਿ ਚੱਲੈ ਵਿਕਾਰ। ਇਹ ਪਿਤਾ ਜੀ ਜਿਹੜਾ ਹੋਰ ਸੋਹਣਾ ਹੈ ਨਾ ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾਂ ਸੋਹਣੀਆਂ ਸੇਜਾਂ ਤੇ ਪੱਕਿਆਂ ਮਕਾਨਾਂ ਵਿੱਚ ਤੇ ਖੁਸ਼ੀਆਂ ਕਰਨੀਆਂ, ਸਾਡੇ ਮਕਾਨ ਪੱਕੇ ਹੈ, ਸਾਡੇ ਸੇਜਾਂ ਸੋਹਣੀਆਂ, ਇਹ ਤੇ ਜੀਵ ਨੂੰ ਖਰਾਬ ਕਰ ਦਿੰਦਾ ਹੈ। ਜਿਸ ਸੇਜਾਂ ਦੇ ਸੁੱਤਿਆਂ ਸਰੀਰ ਦੁਖੀ ਹੁੰਦਾ, ਕੰਮ ਨਹੀਂ ਕਰ ਸਕਦਾ, ਮਨ ਵਿੱਚ ਵੀ ਵਿਕਾਰ ਚੱਲਦੇ ਆ, ਤਰ੍ਹਾਂ ਤਰ੍ਹਾਂ ਦੇ ਕਾਮ ਬਿਰਤੀ ਫੁਰਦੀ ਹੈ। ਇਹ ਉਪਦੇਸ਼ ਜਦੋਂ ਗੁਰੂ ਸਾਹਿਬ ਜੀ ਨੇ ਮਹਾਨ ਤੋਂ ਮਹਾਨ ਮਾਤਾ ਪਿਤਾ ਜੀ ਨੂੰ ਬਖਸ਼ਿਆ, ਮਾਤਾ ਜੀ ਵੀ ਸੁਣ ਕੇ ਪਿਤਾ ਜੀ ਦੇ ਚੁੱਪ ਕਰ ਗਏ ਹੈ। ਫਿਰ ਮਾਤਾ ਜੀ ਬੋਲੇ ਪੁੱਤਰ ਤੇਰੇ ਮਨ 'ਚ ਤਾਂ ਕੋਈ ਮੋਹ ਹੀ ਨਹੀਂ ਹੈ, ਸਾਰੇ ਨੂੰ ਜਾ ਕੇ ਮਿਲੋ, ਸਾਰੇ ਤੁਹਾਨੂੰ ਉਡੀਕ ਰਹੇ ਹੈ, ਮੇਰਾ ਮਾਂ ਦਾ ਕਹਿਆ ਤੇ ਮੰਨੋ ਇੱਕ ਵਾਰ। ਫਿਰ ਜਿਵੇਂ ਪਿਤਾ ਜੀ ਨੇ ਉਹ ਤਰਲਾ ਜਿਹਾ ਲੈ ਕੇ ਕਿਹਾ ਹੈ ਕਿ ਅਸੀਂ ਬਜ਼ੁਰਗ ਹੋ ਗਏ ਹਾਂ ਅਤੇ ਤੁਸੀਂ ਹੁਣ ਨਾ ਜਾਓ, ਉਹ ਜਿਵੇਂ ਪਿਤਾ ਜੀ ਕਹਿੰਦੇ ਹੈ, ਸਤਿਗੁਰੂ ਜੀ ਅੱਗੋਂ ਜਿਵੇਂ ਉਪਦੇਸ਼ ਕਰਦੇ ਹੈ, ਆਓ ਆਪਾਂ ਸਰਵਣ ਕਰੀਏ। ਗੁਰੂ ਚਰਨਾਂ 'ਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੈਸ ਬਤੀਤ ਗਈ ਮਮ ਸਾਰੀ। ਕਹਿਣ ਲੱਗੇ ਪੁੱਤਰ ਜੀ ਆ ਜਿਹੜੇ ਤੁਸੀਂ ਕਹਿੰਦੇ ਨਾ ਜਾਣਾ ਹੈ, ਇਹ ਜਿਹੜੀਆਂ ਅਵੈੜਤਾ ਦੀਆਂ ਵਾਲੀਆਂ ਵਾਧੂ ਦੀਆਂ ਗੱਲਾਂ ਇਹ ਛੱਡ ਦਿਓ। ਤੁਸੀਂ ਹੁਣ ਫਕੀਰਾਂ ਵਾਲੇ ਕੱਪੜੇ ਵੀ ਲਾ ਦਿਓ, ਘਰ ਦੇ ਕੰਮਾਂ ਵਿੱਚ ਆਪਣਾ ਧਿਆਨ ਦਿਓ ਜਿਵੇਂ ਗ੍ਰਹਿਸਥੀ ਲੋਕ ਕਰਦੇ ਹੈ। ਜਿਵੇਂ ਉਹ ਰਾਤ ਦਿਨ ਘਰ ਦੇ ਕੰਮ ਧੰਦੇ ਕਰਦੇ, ਇਸੇ ਤਰ੍ਹਾਂ ਤੁਸੀਂ ਵੀ ਕੰਮ ਧੰਦੇ ਕਰੋ। ਤੁਸੀਂ ਕਹਿੰਦੇ ਜਾਣਾ ਹੈ, ਜੇ ਚਲੇ ਗਏ ਫਿਰ ਕੀ ਪਤਾ ਮੇਲ ਹੋਵੇ ਜਾਂ ਨਾ ਹੋਵੇ। ਅੱਗੇ ਕਿੰਨੇ ਸਾਲ ਬੀਤ ਗਏ ਆ ਅਤੇ ਮਸਾਂ ਮਸਾਂ ਆਪਾਂ ਮਿਲੇ ਜੁਲੇ ਹਾਂ। ਅਤੇ ਕਹਿਣ ਲੱਗੇ ਇਹ ਪੁੱਤਰ ਆ ਵੇਖੋ ਨਾ ਸਾਡੀ ਭਾਵ ਮੇਰੀ ਸਾਰੀ ਉਮਰ ਜਿਹੜੀ ਬਤੀਤ ਹੋ ਗਈ ਹੈ, ਲੰਘ ਗਈ ਹੈ। ਜਰਾ ਗਰਾਸ ਲੀਏ ਦੇਹ ਹਮਾਰੀ। ਸਾਡੀ ਦੇਹ ਨੂੰ ਬੁਢੇਪੇ ਨੇ ਜਿਹੜਾ ਗਰਸ ਲਿਆ, ਫੜ ਲਿਆ ਹੈ। ਹੁਣ ਤੇ ਸਰੀਰ ਦੇ ਵਿੱਚ ਰੜੀਆਂ ਜਿਹੀਆਂ ਪੈਣੀਆਂ ਸ਼ੁਰੂ ਹੋ ਗਈਆਂ, ਰੋਮ ਚਿੱਟੇ ਹੋ ਗਏ, ਕੇਸ ਦਾੜਾ ਚਿੱਟਾ ਹੋ ਗਿਆ ਪੁੱਤਰ ਜੀ। ਅੰਤ ਸਮਾਂ ਅਬ ਭਇਓ ਸਮੀਪਾ। ਮੈਨੂੰ ਤੇ ਐਵੇਂ ਲੱਗ ਰਿਹਾ ਵੀ ਸਾਡਾ ਹੁਣ ਜਿਹੜਾ ਅੰਤ ਦਾ ਸਮਾਂ ਉਹ ਕੋਲ ਹੀ ਆ ਗਿਆ ਹੈ। ਸੁਣ ਬੋਲੇ ਬੇਦੀ ਕੁਲ ਦੀਪਾ। ਬੇਦੀਆਂ ਦੀ ਕੁਲ ਦੇ ਪ੍ਰਕਾਸ਼ ਰੂਪ ਗੁਰੂ ਨਾਨਕ ਸਾਹਿਬ ਜੀ ਪਿਤਾ ਜੀ ਪਾਸੋਂ ਇਸ ਬਚਨ ਸੁਣ ਕੇ ਬੋਲੇ ਐ। ਮਾਰੂ ਮਹੱਲਾ ਪਹਿਲਾ। ਮਾਰੂ ਰਾਗ ਦੇ ਵਿੱਚ ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਜੀ ਉਪਦੇਸ਼ ਕਰਦੇ ਹਨ। ਪਿਛਹ ਰਾਤੀ ਸਦੜਾ। ਇਹ ਪਿਤਾ ਜੀ ਜਿਹੜੀ ਉਮਰਾ ਰੂਪੀ ਰਾਤ ਹੈ ਤੇ ਇਹਦੇ ਵਿੱਚ ਚਾਰ ਅਵਸਥਾ ਹੈ, ਬਾਲਕ ਦੀ, ਕਿਸ਼ੋਰ ਦੀ, ਜਵਾਨੀ ਦੀ ਤੇ ਬੁਢੇਪਾ। ਜਿਹੜਾ ਇਹ ਉਮਰਾ ਰੂਪੀ ਰਾਤ ਦਾ ਪਿਛਲੀ ਹਿੱਸਾ ਹੈ, ਪਿਛਲਾ ਸਮਾਂ ਹੈ ਰਾਤ ਦਾ। ਇਹ ਪਿਛਲਾ ਜਿਹੜੀ ਰਾਤ ਹੈ ਭਾਵ ਬੁਢੇਪਾ ਆ ਗਿਆ ਹੈ ਇਸ ਵਾਹਿਗੁਰੂ ਦਾ, ਤੇ
ਇਹ ਵਡੇਪੇ ਸਮੇਂ ਇਹੀਓ ਸੱਦੜਾ ਉਪਦੇਸ਼ ਹੈ ਨਾਮ ਖਸਮ ਕਾਲਹਿ ਕਿ ਉਸ ਖਸਮ ਮਾਲਕ ਦਾ ਜਿਹੜਾ ਨਾਮ ਲੈਣਾ ਕਰੋ ਤੁਸੀਂ। ਹੇ ਪਿਤਾ ਜੀ, ਜਿਹੜੇ ਆ ਪਿੱਛੋਂ ਰਾਤੀ ਸੱਦੜਾ ਜੇ ਸਾਡਾ ਤੇ ਇਹੀਓ ਤੁਹਾਨੂੰ ਉਪਦੇਸ਼ ਹੈ ਵੀ ਜੇ ਤੁਹਾਡਾ ਵਡੇਪਾ ਆ ਗਿਆ ਨਾ, ਪਿਛਲੀ ਰਾਤ ਦਾ ਸਮਾਂ ਭਾਵ ਵਡੇਪਾ ਪਿਛਲੀ ਰਾਤ ਦਾ ਸਮਾਂ ਹੈ, ਤੇ ਅੰਮ੍ਰਿਤ ਵੇਲੇ ਉੱਠ ਕੇ ਉਸ ਵਾਹਿਗੁਰੂ ਦਾ ਪਰਮਾਤਮਾ ਦਾ ਨਾਮ ਲੈਣਾ ਕਰੋ। ਇਸੇ ਤਰ੍ਹਾਂ ਹੀ ਜਿਹੜੇ 4 ਯੁੱਗ ਹੈ, ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ, ਇਹ ਕਲਯੁਗ ਇਹ ਰਾਤ ਦਾ ਪਿਛਲਾ ਸਮਾਂ ਹੈ। ਇਸ ਪਿਛਲੇ ਸਮੇਂ ਕਲਯੁਗ ਦੇ ਵਿੱਚ ਉਹ ਵਾਹਿਗੁਰੂ ਦਾ ਨਾਮ ਲੈਣਾ ਕਰੋ ਜੀ। ਖੇਮੇ ਛਤਰ ਸਰਾਏ ਚੇ ਕਿਉਂਕਿ ਕਲਯੁਗ ਦੇ ਸਮੇਂ ਵਿੱਚ ਨਾਮ ਲੈਣ ਦਾ ਹੀ ਸਮਾਂ ਹੈ। ਅਬ ਕਲੂ ਆਇਓ ਰੇਕ ਨਾਮ ਬੋਵੋ ਬੋਵੋ, ਤੇ ਅਨਰੂਤ ਨਾਹੀ ਮਤ ਭਰਮ ਭੁੱਲੋ ਭੁੱਲੋ। ਹੋਰ ਕੋਈ ਰੁੱਤ ਨਹੀਂ ਆਈ ਹੈ, ਇਹ ਕਲਯੁਗ ਦਾ ਸਮਾਂ ਹੀ ਹੈ ਨਾਮ ਲੈਣ ਦਾ। ਪਿਤਾ ਜੀ, ਪਿਛਲਾ ਜਿਹੜਾ ਰਾਤ ਭਾਵ ਵਡੇਪਾ ਤੁਹਾਨੂੰ ਆ ਗਿਆ, ਸਾਡਾ ਤੇ ਇਹੋ ਸੱਦੜਾ ਕਹੀਏ ਉਪਦੇਸ਼ ਹੈ, ਤੁਸੀਂ ਪਰਮੇਸ਼ਰ ਦਾ ਨਾਮ ਲੈਣਾ ਕਰੋ। ਦਿਸਨ ਰਾਥ ਪੀੜੇ ਖੇਮੇ ਛਤਰ ਸਰਾਏ ਚੇ ਅਥਵਾ ਵੀ ਮਨੁੱਖਾ ਦੇਹ ਨੂੰ ਪਾ ਕੇ ਤੇ ਆ ਅੰਮ੍ਰਿਤ ਵੇਲੇ ਜਿਹੜਾ ਕੋਈ ਨਾਮ ਜਪਣਾ ਹੈ ਪਿਛਲੇ ਰਾਤ ਦੇ ਸਮੇਂ, ਇਹਦਾ ਕੋਈ ਲਾਹਾ ਵੀ ਹੈ, ਕੋਈ ਫਲ ਵੀ ਪ੍ਰਾਪਤ ਹੁੰਦਾ ਕਿ ਜਾਂ ਨਹੀਂ ਹੁੰਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਪਿਤਾ ਜੀ, ਉਹ ਜਿਹੜੇ ਨਾਮ ਲੈਂਦੇ ਨਾ ਪਿਛਲੇ ਰਾਤ ਦੇ ਸਮੇਂ, ਇਹ ਵਡੇਪੇ ਦੇ ਸਮੇਂ ਜਿਹੜੇ ਨਾਮ ਜਪਦੇ ਹੈ, ਇਸੇ ਤਰ੍ਹਾਂ ਮਨੁੱਖਾ ਜਨਮ ਇਹ ਵੀ ਪਿਛਲਾ ਰਾਤ ਦਾ ਸਮਾਂ ਹੈ ਜਿਹੜਾ ਐਂਡ ਤੇ ਪ੍ਰਾਪਤ ਹੋਇਆ। ਬਾਅਦ ਵਿੱਚ ਜਿਹੜੇ ਨਾਮ ਜਪਦੇ ਉਹਨਾਂ ਨੂੰ ਖੇਮੇ ਕਹੀਏ, ਉਹਨਾਂ ਦੇ ਉੱਪਰ ਚੰਦੋਏ ਲੱਗ ਜਾਂਦੇ ਹੈ, ਛਤਰ ਉਹਨਾਂ ਉੱਪਰ ਛਤਰ ਝੁਲਦੇ ਹੈ, ਸਰਾਏ 'ਚ ਉਹਨਾਂ ਉੱਪਰ ਕਨਾਤਾਂ ਲੱਗ ਜਾਂਦੀਆਂ ਹਨ। ਦਿਸਨ ਰਾਥ ਪੀੜੇ ਤੇ ਉਹਨਾਂ ਨੂੰ ਰਥ ਜਿਹੜੇ ਹੈ ਉਹ ਪੀੜੇ ਕਈ ਉਹਨਾਂ ਦੇ ਅੱਗੇ ਜੁਤੇ ਹੋਏ ਦਿਸਦੇ ਹੈ। ਉਹ ਰਥਾਂ ਉੱਪਰ ਚੜ੍ਹਦੇ ਹੈ ਤੇ ਜਿੱਧਰ ਜੀ ਕਰਦਾ ਉੱਧਰ ਤੁਰ ਪੈਂਦੇ ਹੈ, ਐਸੀ ਉਹਨਾਂ ਦੀ ਵਡਿਆਈ ਹੁੰਦੀ ਹੈ। ਇਸੇ ਤਰ੍ਹਾਂ ਇਹ ਪਿਤਾ ਜੀ ਖੇਮੇ ਕਹੀਏ, ਖਿਮਾ ਰੂਪੀ ਚੰਦੋਏ ਲੱਗ ਜਾਂਦੇ ਹੈ ਹਿਰਦੇ ਵਿੱਚ, ਛਤਰ ਜਸ ਰੂਪੀ ਛਤਰ ਝੁਲਦਾ ਸੰਸਾਰ ਵਿੱਚ, ਭਗਤੀ ਰੂਪ ਕਨਾਤਾਂ ਲੱਗ ਜਾਂਦੀਆਂ, ਸਰਵਣ ਕਰਨਾ ਫਿਰ ਮੰਨਣ ਕਰਨਾ, ਨਿਧਿਆਸਣ ਕਮਾਈ ਕਰਨੀ। ਇਹ ਸਰਵਣ ਮੰਨਣ ਨਿਧਿਆਸਣ ਰੂਪ ਜਿਹੜੇ ਰਥ ਹੈ ਉਹ ਪੀੜੇ ਜਾਂਦੇ ਦਿਸਦੇ ਹਨ। ਜਿਨੀ ਤੇਰਾ ਨਾਮ ਧਿਆਇਆ ਇਹ ਪਿਤਾ ਜੀ, ਜਿਨ੍ਹਾਂ ਨੇ ਤੇਰਾ ਕਈ ਉਸ ਪਰਮੇਸ਼ਰ ਦਾ ਨਾਮ ਧਿਆਇਆ ਜਪਿਆ ਹੈ, ਤਿਨ ਕੋ ਸਦ ਮਿਲੇ ਉਹਨਾਂ ਨੂੰ ਸੱਦ ਕੇ ਬੁਲਾ ਕੇ ਜਿਹੜੇ ਹੈ ਪਦਾਰਥ ਮਿਲਦੇ ਆ ਸਾਰੇ, ਉਹਨਾਂ ਨੂੰ ਸੱਦ ਕੇ ਕਹੀਏ, ਬੁਲਾ ਕੇ ਤੇ ਸੱਦ ਕਹੀਏ, ਬੜੀ ਛੇਤੀ ਪਦਾਰਥ ਮਿਲਦੇ ਹੈ। ਬਾਬਾ ਮੈਂ ਕਰਮਹੀਣ ਕੁੜਿਆਰ। ਇਸ ਤਰ੍ਹਾਂ ਪਿਤਾ ਜੀ ਹੱਥ ਜੋੜ ਕੇ ਬੇਨਤੀ ਕਰੋ ਪਰਮੇਸ਼ਰ ਅੱਗੇ ਕਿ ਹੇ ਵਾਹਿਗੁਰੂ, ਮੈਂ ਤੇ ਕਰਮਾਂ ਤੋਂ ਹੀਣਾ ਹਾਂ ਤੇ ਕੂੜਿਆ ਝੂਠ ਦਾ ਘਰ ਝੂਠਾ ਹਾਂ, ਝੂਠ ਬੋਲਣ ਵਾਲਾ ਹਾਂ। ਨਾਮ ਨਾ ਪਾਇਆ ਤੇਰਾ ਕਈ ਉਸ ਪਰਮੇਸ਼ਰ ਦਾ ਜਿਹੜਾ ਨਾਮ ਨਹੀਂ ਪਾਇਆ ਸਾਂ ਜੀਵਨ ਵਿੱਚ। ਅੰਦਾ ਭਰਮਾ ਭੋਲਾ ਮਨ ਮੇਰਾ, ਸਾਡਾ ਜੋ ਮਨ ਹੈ ਉਹ ਅੰਨਾ ਹੋਇਆ ਗਿਆਨ ਕਰਕੇ ਭਰਮ ਵਿੱਚ ਹੀ ਭੁੱਲਿਆ ਹੋਇਆ ਜੀਵਨ ਬਤੀਤ ਕਰ ਰਿਹਾ ਹੈ। ਰਹਾਓ ਸਾਧ ਕੀਤੇ ਦੁਖ ਪਰਫੁੜੇ। ਇਸੇ ਤਰ੍ਹਾਂ ਜਿਹੜੇ ਤਰ੍ਹਾਂ ਹੀ ਵਿਸ਼ਿਆਂ ਦੇ ਪਦਾਰਥਾਂ ਦੇ ਕਈ ਤਰ੍ਹਾਂ ਦੇ ਸਵਾਦ ਲੈਣਾ ਕੀਤੇ ਹੈ, ਹੇ ਪਿਤਾ ਜੀ ਉਹਦੇ ਦੁੱਖ ਹੀ ਪ੍ਰਫੁੱਲਤ ਹੁੰਦੇ, ਉਹਨਾਂ ਦੁੱਖ ਹੀ ਬਹੁਤੇ ਮਿਲਦੇ ਹੈ। ਸਾਧ ਕੀਤੇ ਜਿਹੜੇ ਆ ਬਹੁਤ ਹੀ ਸਵਾਦ ਚੱਖਣੇ ਕੀਤੇ, ਇਹਨਾਂ ਨਾਲ ਮਨੁੱਖ ਦੁੱਖਾਂ ਵਿੱਚ ਹੀ ਵਿਸ਼ੇਸ਼ ਕਰਕੇ ਫੜ ਲਿਆ ਜਾਂਦਾ ਹੈ। ਪੂਰਬ ਲਿਖੇ ਮਾਏ ਕਹੀਏ ਭਾਈ, ਮਾਏ ਕਹੀਏ ਪਿਤਾ ਜੀ, ਮਾਏ ਕਹੀਏ ਮਾਤਾ ਜੀ,
ਜਿਹੜੇ ਪੂਰਬਲੇ ਕਰਮਾਂ ਦੇ ਲਿਖੇ ਅਨੁਸਾਰ ਮਿਲਦੇ ਨਾ ਪਦਾਰਥ, ਤੇ ਉਹਨਾਂ ਦੇ ਜਿਹੜੇ ਤਰ੍ਹਾਂ ਤਰ੍ਹਾਂ ਦੇ ਮਨੁੱਖ ਸਵਾਦ ਭੋਗਦਾ ਕਰਦਾ ਹੈ, ਉਹ ਕੀਤੇ ਹੋਏ ਭੋਗਾਂ ਕਰਕੇ ਸਵਾਦ ਲੈਣੇ ਕਰਕੇ ਦੁੱਖ ਹੀ ਪ੍ਰਫੁੱਲਤ ਹੁੰਦੇ, ਦੁੱਖ ਹੀ ਫੜ ਲੈਂਦੇ ਇਸ ਜੀਵ ਨੂੰ। ਸੁਖ ਥੋੜੇ ਦੁਖ ਅਗਲੇ, ਕਿਉਂਕਿ ਮਨੁੱਖ ਨੇ ਸ਼ੁਭ ਕਰਮ ਤੇ ਕੋਈ ਕੀਤੇ ਨਹੀਂ ਹੈ, ਥੋੜੇ ਕੀਤੇ ਹੈ, ਜਿਸ ਕਰਕੇ ਥੋੜੇ ਸੁੱਖ ਮਿਲਦੇ ਹੈ। ਮਾੜੇ ਕਰਮ ਬਹੁਤੇ ਕੀਤੇ ਤੇ ਦੁੱਖ ਅਗਲੇ ਕਈਏ ਭੋਗੇ ਜਾਂਦੇ ਹਨ। ਦੁਖੇ ਦੁਖ ਵਿਹਾਏ, ਜਿਸ ਕਰਕੇ ਦੁੱਖਾਂ ਦੁੱਖਾਂ ਵਿੱਚ ਹੀ ਉਮਰ ਵਿਹਾਏ ਬਤੀਤ ਹੋ ਜਾਂਦੀ ਹੈ। ਵਿਛੜਿਆ ਕਾ ਕਿਆ ਵਿਛੜੈ, ਜਿਹੜੇ ਪਰਮੇਸ਼ਰ ਤੋਂ ਵਿਛੜੇ ਹੋਏ ਹੈ ਉਹਨਾਂ ਦਾ ਕੀ ਵਿਛੋੜਨਾ ਹੈ। ਮਿਲਿਆ ਕਾ ਕਿਆ ਮੇਲਾ, ਜਿਹੜੇ ਮਹਾਤਮਾ ਮਿਲੇ ਹੋਏ ਆ ਤੇ ਉਹਨਾਂ ਮਿਲਿਆ ਹੋਏ ਦਾ ਕੀ ਮਿਲਾਉਣਾ ਹੈ, ਉਹ ਤੇ ਪਹਿਲਾਂ ਹੀ ਮਿਲੇ ਹੋਏ ਆ। ਉਹਨਾਂ ਅੱਗੇ ਤੇ ਬਸ ਹੱਥ ਜੋੜ ਕੇ ਹੀ ਕਹਿਣਾ, ਸੰਤੋ ਮਹਾਂਪੁਰਸ਼ੋ ਕਿਰਪਾ ਕਰਕੇ ਸਾਨੂੰ ਮਿਲਣਾ ਕਰੋ। ਹੇ ਪਰਮੇਸ਼ਰ ਮਿਲਿਆ ਕਾ ਕਿਆ ਮੇਲ, ਜਿਹੜੇ ਤੇਰੇ ਨਾਲ ਮਿਲੇ ਆ ਮਹਾਤਮਾ, ਉਹਨਾਂ ਮਿਲਿਆ ਹੋਏ ਦਾ ਕੀ ਮਿਲਾਉਣਾ ਹੈ, ਉਹਦੇ ਮਿਲੇ ਹੋਏ ਆ, ਸਾਨੂੰ ਵੀ ਉਹਨਾਂ ਨਾਲ ਮਿਲਣਾ ਕਰ। ਇਸੇ ਤਰ੍ਹਾਂ ਵਿਛੜਿਆਂ ਕਾ ਕਿਆ ਵਿਛੜੈ, ਜਿਹੜੇ ਆ ਨਾ ਵਿਛੜੇ ਹੋਏ ਉਹਨਾਂ ਦਾ ਕਿਆ ਵਿਛੜੈ, ਵੀ ਉਹਨਾਂ ਦਾ ਕੀ ਕਰੀਏ, ਭਾਵ ਉਹਨਾਂ ਨਾਲੋਂ ਵਿਛੜਨਾ ਕਰੀਏ, ਵਿਛੜੀ ਜਾਈਏ। ਮਿਲਿਆ ਕਾ ਕਿਆ ਮੇਲਾ, ਇਸੇ ਤਰ੍ਹਾਂ ਜਿਹੜੇ ਮਹਾਤਮਾ ਜਨ ਵਾਹਿਗੁਰੂ ਨਾਲ ਮਿਲੇ ਹੋਏ ਆ, ਉਹਨਾਂ ਮਿਲਿਆਂ ਦਾ ਕੀ ਕਰੀਏ, ਉਹਨਾਂ ਦਾ ਕੀ ਕਰੀਏ, ਭਾਵ ਉਹਨਾਂ ਨਾਲ ਮਿਲੇ ਰਹੀਏ, ਉਹਨਾਂ ਨਾਲ ਮੇਲ ਮਿਲਾਪ ਹੀ ਕਰੀਏ। ਸਾਹਿਬ ਸੋ ਸਲਾਹੀਐ, ਮਾਲਕ ਤੇ ਪਰਮੇਸ਼ਰ ਐਸਾ ਉਹ ਸਲਾਹੀਏ, ਜਿਨ ਕਰ ਦੇਖਿਆ ਖੇਲਾ, ਜਿਸ ਪਰਮੇਸ਼ਰ ਨੇ ਇਹ ਸੰਸਾਰ ਰੂਪੀ ਜਗਤ ਰੂਪੀ ਖੇਲ ਰਚ ਕੇ ਤੇ ਵੇਖਿਆ ਹੈ, ਦੇਖਣਾ ਕੀਤਾ ਹੈ। ਸੰਜੋਗੀ ਮਿਲਾਵੜਾ, ਸੰਜੋਗੀ ਜਿਹੜਾ ਗੁਰਾਂ ਦਾ ਸੰਜੋਗੀ ਮਿਲਾਪੀ ਹੋ ਗਿਆ ਹੈ, ਉਹਨਾਂ ਨੂੰ ਗੁਰੂ ਜੀ ਨੇ ਉਪਦੇਸ਼ ਕਰਕੇ ਮਿਲਾਵੜਾ ਕਹੀਏ, ਮਿਲਾਪ ਕਰ ਦਿੱਤਾ ਵਾਹਿਗੁਰੂ ਨਾਲ। ਇਹਨਾਂ ਤਨ ਕੀਤੇ ਭੋਗ, ਤੇ ਉਹਨਾਂ ਮਹਾਤਮਾ ਨੇ ਇਸੇ ਸਰੀਰ ਨਾਲ ਹੀ ਬ੍ਰਹਮਾਨੰਦ ਦਾ ਭੋਗ ਜਿਹੜਾ ਭੋਗਣਾ ਕੀਤਾ ਹੈ, ਉਹ ਬ੍ਰਹਮਾਨੰਦ ਨੂੰ ਭੋਗਣਾ ਕਰਦੇ ਆ। ਸੰਜੋਗੀ ਮਿਲਾਵੜਾ, ਸੰਜੋਗੀ ਜਿਹੜੇ ਸਤਸੰਗ ਦੇ ਸੰਜੋਗੀ ਮਿਲਾਪੀ ਹੋਏ ਆ, ਸਤਸੰਗ ਵਿੱਚ ਆਉਂਦੇ ਆ, ਸਤਸੰਗ ਨੇ ਉਹਨਾਂ ਨੂੰ ਪਰਮੇਸ਼ਰ ਨਾਲ ਮਿਲਾਪ ਕਰ ਦਿੱਤਾ, ਉਹਨਾਂ ਦਾ ਮਿਲਾਉਣਾ ਕੀਤਾ ਹੈ। ਤੇ ਉਹਨਾਂ ਮਹਾਤਮਾ ਨੇ ਸਤਸੰਗੀਏ ਹੋ ਕੇ ਇਹ ਸਰੀਰ ਨਾਲ ਜਿਹੜੇ ਹੈ ਉਹ ਸਤਸੰਗ ਦੇ ਰਸ ਦਾ ਭੋਗ ਮਾਨਣਾ ਕੀਤਾ ਹੈ। ਇਸੇ ਤਰ੍ਹਾਂ ਸੰਜੋਗੀ ਮਿਲਾਵੜਾ, ਜਿਹੜੇ ਕਰਮਾਂ ਦੇ ਸੰਜੋਗ ਕਰਕੇ ਇਹ ਸਰੀਰ ਦੇ ਨਾਲ ਮਿਲਾਪ ਹੁੰਦਾ ਹੈ, ਇਹ ਸਰੀਰ ਦਾ, ਇਹ ਸੰਬੰਧੀਆਂ ਦਾ, ਇਹ ਪਦਾਰਥਾਂ ਦਾ ਮਿਲਾਵਣਾ ਕੀਤਾ ਹੈ। ਇਹਨਾਂ ਤਨ ਕੀਤੇ ਭੋਗ, ਤੇ ਇਸ ਤਨ ਕਹੀਏ ਸੰਬੰਧੀਆਂ ਨਾਲ, ਤਨ ਕਹੀਏ ਸਰੀਰ ਨਾਲ, ਉਹਨਾਂ ਜੀਵਾਂ ਨੇ ਭੋਗ ਵਿਸ਼ੇ ਭੋਗ ਹੀ ਕੀਤੇ, ਮਾਨਣਾ ਕੀਤੇ ਹਨ, ਤੇ ਜਿਹਦੇ ਨਾਲ ਉਹ ਦੁਖੀ ਰਹਿੰਦੇ ਆ। ਸੰਜੋਗੀ ਮਿਲਾਵੜਾ, ਸੰਜੋਗੀ ਜਿਹੜੇ ਮਹਾਤਮਾ ਜਨਾਂ ਨਾਲ ਮਿਲਾਪੀ ਹੋਏ ਆ, ਉਹਨਾਂ ਮਹਾਤਮਾ ਜਨਾਂ ਨੇ ਉਹਨਾਂ ਪੁਰਖਾਂ ਨੂੰ ਮਿਲਾਉਣਾ ਕੀਤਾ ਪਰਮੇਸ਼ਰ ਨਾਲ। ਜੋਗੀ ਤਿੰਨ ਇਨ ਤਨ ਕੀਤੇ ਭੋਗ, ਜਿਨ੍ਹਾਂ ਮਹਾਤਮਾ ਜਨਾਂ ਨਾਲ ਮਿਲਾਪ ਕੀਤਾ ਹੈ ਤੇ ਉਹਨਾਂ ਰੂਹਾਂ ਨੇ ਇਨ ਤਨ ਇਸੇ ਸਰੀਰ ਨਾਲ ਹੀ ਮਹਾਤਮਾ ਜਨਾਂ ਦੀ ਸੰਗਤ ਕਰਕੇ ਉਹਨਾਂ ਦੀ ਕਥਾ ਕੀਰਤਨ ਰੂਪੀ ਭੋਗ ਦਾ ਰਸ ਲੈਣਾ ਕੀਤਾ ਹੈ। ਇਨ ਤਨ ਕੀਤੇ ਭੋਗ, ਉਹਨਾਂ ਜਿਹੜੇ ਦੂਸਰੇ ਹੈ ਸੰਜੋਗੀ ਮਿਲਾਵੜਾ, ਜਿਨ੍ਹਾਂ ਨੇ ਵਿਸ਼ਿਆਂ ਵਿਕਾਰਾਂ ਰੂਪੀ ਸੰਜੋਗੀ ਮਿਲਾਪੀ ਹੋਏ ਹੈ, ਤੇ ਉਹਨਾਂ ਨੂੰ ਮਿਲਾਪਣਾ, ਉਹਨਾਂ ਨੇ ਦੂਸਰਿਆਂ ਨੂੰ ਵੀ ਮਿਲਾਵੜਾ ਕਈ ਵਿਸ਼ਿਆਂ ਨਾਲ ਹੀ ਮਿਲਾਉਣਾ ਕੀਤਾ ਹੈ। ਇਨ ਤਨ ਕੀਤੇ ਭੋਗ,
ਇਸ ਸਰੀਰ ਨਾਲ ਉਹਨਾਂ ਨੇ ਵਿਸ਼ੇ ਭੋਗ ਕੀਤੇ, ਜਿਸ ਕਰਕੇ ਦੁਖੀ ਰਹਿੰਦੇ ਹਨ। ਵਿਜੋਗੀ ਮਿਲ ਵਿਛੜੇ। ਇਸੇ ਤਰ੍ਹਾਂ ਜਿਹੜੇ ਵਿਜੋਗੀ ਕਰਮਾਂ ਕਰਕੇ ਮਿਲੇ ਹੋਏ ਸੀ ਨਾ ਸੰਬੰਧੀ, ਸਰੀਰ ਨਾਲ ਮਿਲੇ ਹੋਏ, ਜੁੜੇ ਹੋਏ ਸੀ, ਪਦਾਰਥ ਮਿਲੇ ਹੋਏ ਸੀ, ਉਹ ਵਿਛੜ ਜਾਂਦੇ ਐ। ਨਾਨਕ ਭੀ ਸੰਜੋਗਾ। ਫਿਰ ਸੰਜੋਗੀ ਕਰਮਾਂ ਦੇ ਕਰਕੇ ਉਹ ਫਿਰ ਜਿਹੜੇ ਸਰੀਰ ਵਿਛੜੇ ਐ, ਪਦਾਰਥ ਵਿਛੜੇ ਐ, ਤੇ ਉਹ ਸਾਰੇ ਜਿਹੜੇ ਸੰਬੰਧੀ ਆਦਿਕ ਮਿਲ ਜਾਂਦੇ ਆ ਸੰਜੋਗਾਂ ਕਰਕੇ। ਇਸੇ ਤਰ੍ਹਾਂ ਜਿਹੜੇ ਵਿਜੋਗੀ ਮਿਲ ਵਿਛੜੇ, ਵਿਜੋਗੀ ਕਰਮਾਂ ਕਰਕੇ ਜਿਹੜੇ ਪਰਮੇਸ਼ਰ ਨਾਲ ਮਿਲੇ ਹੋਏ ਸੀ ਨਾ, ਤੇ ਜਿਨ੍ਹਾਂ ਨੂੰ ਹੰਕਾਰ ਜਾ ਹੋ ਗਿਆ, ਉਹ ਵਿਛੜ ਗਏ ਹੈ। ਨਾਨਕ ਭੀ ਸੰਜੋਗ। ਤੇ ਸੰਜੋਗੀ ਕਰਮਾਂ, ਭਲੇ ਸੰਜੋਗੀ ਕਰਮਾਂ ਕਰਕੇ ਜੇ ਜਿਹੜੇ ਫਿਰ ਨਿਮਰਤਾ ਵਾਲੇ ਹੋਏ, ਬਾਦਾ ਫਿਰ ਸ਼ਰਨ ਪੈ ਗਏ ਹੈ, ਉਹ ਫਿਰ ਉਹਨਾਂ ਦਾ ਮੇਲ ਮਿਲਾਪ ਸੰਜੋਗ ਹੋ ਗਿਆ ਉਸ ਪਰਮੇਸ਼ਰ ਨਾਲ। ਜੋ ਪਈ ਸਨ ਕਾਲੂ ਤਬ ਤੂਸ਼ਨ ਕੀਨੰ। ਸਤਿਗੁਰ ਜੀ ਪਾਸੋਂ ਉਪਦੇਸ਼ ਸੁਣ ਕੇ ਪਿਤਾ ਕਾਲੂ ਜੀ ਨੇ ਚੁੱਪ ਧਾਰਨ ਕਰ ਲਈ। ਬਨ ਜਨਨੀ ਕਹਿ ਹੈ ਮਨ ਦੀਨੰ। ਮਨ ਵਿੱਚ ਬੜੀ ਦੀਨ ਮਾਣੇ ਜੇ ਹੋ ਕੇ ਮਾਤਾ ਜੀ ਫਿਰ ਕਹਿਣ ਲੱਗੇ, ਸੰਤ ਸੁਭਾਏ ਇਹ ਸੁਧ ਤੇਰਾ। ਇਹ ਪੁੱਤਰ ਗੁਰੂ ਨਾਨਕ ਸਾਹਿਬ ਜੀ, ਤੁਹਾਡਾ ਜਿਹੜਾ ਹਮੇਸ਼ਾ ਹੀ ਸੰਤਾਂ ਵਾਲਾ ਹੀ ਸੁਭਾਅ ਹੈ। ਅਬ ਕੇ ਬਚਨ ਮਾਨੀਏ ਮੇਰਾ। ਸੰਤ ਜਿਹੜੇ ਉਹ ਤੇ ਬੜੇ ਸਮਦਰਸ਼ੀ ਹੁੰਦੇ ਆ, ਇਸ ਕਰਕੇ ਪੁੱਤਰ ਜੀ ਮੇਰਾ ਮਾਂ ਦਾ ਇਸ ਵਾਰੀ ਤੇ ਹੁਣ ਬਚਨ ਕਿਆ ਹੋਇਆ, ਮਾਨੀ ਲਈਏ। ਸਦਨ ਵਿਖੇ ਕੋ ਦਿਨ ਚੱਲ ਰਹੀਏ। ਘਰ ਦੇ ਵਿੱਚ ਕੁਝ ਕੁ ਦਿਨ ਦੇ ਚੱਲ ਕੇ ਰਹਿਣਾ ਕਰੋ ਨਾ ਪੁੱਤਰ। ਗਮਨ ਕਰਨ ਕੋ ਹਠ ਠਹਿ, ਗਮਨ ਕਰਨ ਕੋ ਹਠ ਨਹਿ ਗਹੀਏ। ਕਿ ਅਸੀਂ ਜਾਣਾ ਹੈ ਇੱਥੋਂ ਹੋਰ ਕਿਤੇ ਚਲੇ ਜਾਣਾ, ਇਹ ਜਿਹੜਾ ਚਲੇ ਜਾਣ ਦਾ ਹੱਠ ਹੈ, ਇਹ ਤੇ ਨਾ ਫੜੋ ਪੁੱਤਰ। ਪੂਰਨ ਕਰ ਬਿਲਾਖ ਹਮਾਰੀ। ਘਰ ਵਿੱਚ ਚੱਲ ਕੇ ਮੇਰੀ ਮਾਂ ਦੀ ਜਿਹੜੀ ਇੱਛਾ ਚਾਹਨਾ ਉਹਨੂੰ ਪੂਰੀ ਕਰੋ। ਸਮਾਂ ਬਿਤਾਵਹੁ ਦ੍ਰਿਸ਼ ਅਗਾਰੀ। ਪੁੱਤਰ ਜੀ ਬਹੁਤ ਸਮਾਂ ਹੋ ਗਿਆ ਨੇਤਰਾਂ ਤੋਂ ਪਰੋਖੇ, ਹੁਣ ਤੇ ਮੇਰੇ ਮਾਂ ਦੇ ਨਿਗਾਹ ਦੇ ਸਾਹਮਣੇ ਹੋ ਕੇ ਸਮਾਂ ਬਿਤਾਓ ਘਰ ਵਿੱਚ ਰਹਿ ਕੇ। ਤੁਝ ਬਿਲੋਕ ਮੈਂ ਨਹੀਂ ਅਗਾਈ। ਜਦੋਂ ਦੇ ਤੁਸੀਂ ਪੈਦਾ ਹੋਏ ਹੋ ਨਾ ਸਾਡੇ ਗ੍ਰਹਿ, ਪੁੱਤਰ ਜੀ ਮੈਂ ਤੁਹਾਨੂੰ ਦੇਖ ਦੇਖ ਕੇ ਰੱਜੀ ਨਹੀਂ ਹਾਂ। ਵਿਛੜੇ ਹੀ ਸਭ ਬੈਸ ਬਿਤਾਈ। ਅਸਾਂ ਦੇ ਵਿਛੜਿਆ ਹੋਏ ਸਾਰੀ ਉਮਰ ਲੰਘਾ ਦਿੱਤੀ, ਸਾਨੂੰ ਵੇਖੋ ਪੁੱਤਰ ਵਡੇਪਾ ਆ ਗਿਆ ਹੈ। ਕਿਉਂਕਿ ਸਤਿਗੁਰੂ ਜੀ 14-15 ਸਾਲ ਦੀ ਉਮਰ ਸੀ ਜਦੋਂ ਸੁਲਤਾਨਪੁਰ ਵਿਖੇ ਚਲੇ ਗਏ, ਉਦੋਂ ਵਿਛੋੜਾ ਹੋ ਗਿਆ। ਤੇ ਮਹਾਰਾਜ ਉੱਥੇ 15 ਸਾਲ ਦੇ ਵੱਧ ਹੀ ਤਕਰੀਬਨ ਜਿਹੜੀ ਮੋਦੀ ਖਾਨੇ ਵਿੱਚ ਕਿਰਤ ਕਮਾਈ ਕੀਤੀ ਹੈ। ਫਿਰ ਉੱਥੋਂ ਗੁਰੂ ਸਾਹਿਬ ਜੀ ਉਦਾਸੀਆਂ ਨੂੰ ਨਿਕਲ ਗਏ, 12-13 ਸਾਲ ਤੇ ਲੱਗ ਗਏ। 15 ਸਾਲ ਦੇ ਮਹਾਰਾਜ ਜਿਹੜੇ ਰਹੇ ਥੋੜ੍ਹਾ ਬਹੁਤ ਨਗਰ, ਉਹ ਵੀ ਉਦਾਸ ਹੀ ਰਹਿੰਦੇ ਸਨ। ਤੇ 40 ਸਾਲ ਤੋਂ ਉੱਪਰ ਸਤਿਗੁਰਾਂ ਦੀ ਉਮਰ ਹੋ ਗਈ ਸੀ, ਜਿਸ ਕਰਕੇ ਮਾਤਾ ਜੀ ਕਹਿ ਰਹੇ ਪੁੱਤਰ ਜੀ ਸਾਡੀ ਤੇ ਸਾਰੀ ਉਮਰ ਵਿਛੜਿਆ ਹੀ ਬੀਤ ਗਈ ਹੈ। ਬ੍ਰਿਧ ਭਾਈ ਮਨ ਬਹੁਲ ਲਚਾਵਾ। ਹੁਣ ਮੈਂ ਬਜ਼ੁਰਗ ਹੋ ਗਈ ਹਾਂ, ਮੇਰਾ ਮਨ ਬਹੁਤ ਚਾਹੁੰਦਾ ਹੈ ਤੁਹਾਨੂੰ। ਅਬਿਲਾਖਤ ਨਿਸ ਦਿਵਸ ਬਿਤਾਵਾ। ਗੁਰੂ ਨਾਨਕ ਸਾਹਿਬ ਜੀ ਤੁਹਾਡੇ ਦਰਸ਼ਨਾਂ ਨੂੰ ਚਾਹੁੰਦਿਆਂ ਵੇਖਦਿਆਂ ਹੀ ਮੈਂ ਤੇ ਰਾਤ ਦਿਨ ਹੀ ਲੰਘਾ ਦੇਣੀ, ਉਮਰ ਹੀ ਲੰਘਾ ਦਿੱਤੀ ਹੈ ਸਾਰੀ। ਸੁਣ ਜਨਨੀ ਕੀ ਇਸ ਬਿਦ ਬਾਣੀ। ਸੁਣ ਕੇ ਮਾਤਾ ਜੀ ਦੇ ਇਸ ਤਰ੍ਹਾਂ ਦੇ ਬਾਣੀ ਬਚਨ, ਦਇਆ ਧਾਰ ਸ੍ਰੀ ਨਾਨਕ ਮਾਨੀ। ਗੁਰੂ ਨਾਨਕ ਸਾਹਿਬ ਜੀ ਨੇ ਦਇਆ ਕਿਰਪਾ ਹੀ ਧਾਰ ਕੇ ਤੇ ਬਚਨ ਬਣ ਲਿਆ ਮਾਤਾ ਜੀ ਦਾ, ਵੀ ਮਾਤਾ ਜੀ 7 ਬਚਨ। ਤਹ ਤੇ ਉਠ ਗਮਨੇ ਤਿਨ ਸੰਗਾ। ਉਸ ਜਿਹੜੇ ਖੂਹ ਵਾਲੇ ਸਥਾਨ ਤੇ ਬੈਠੇ ਸੀ, ਉੱਥੋਂ ਉੱਠ ਕਰਕੇ ਮਾਤਾ ਦੇ ਨਾਲ ਹੀ ਅੱਗੇ ਚੱਲੇ ਸਤਿਗੁਰੂ। ਫਿਰ ਸਭ ਕੇ ਉਰ ਪਾਹਰਖ ਉਮੰਗਾ। ਸਾਰਿਆਂ ਦੇ ਹਿਰਦੇ ਵਿੱਚ ਵੀ ਗੁਰੂ ਸਾਹਿਬ ਜੀ ਘਰ ਚੱਲੇ ਆ ਮੰਨ ਕੇ,
ਜਿੰਨੇ ਨਗਰ ਰਾਏ ਭੋਏ ਦੀ ਤਲਵੰਡੀ ਦੇ ਆਏ ਹੋਏ ਸੀ ਪ੍ਰੇਮੀ ਪਿਆਰੇ, ਬੜੀ ਖੁਸ਼ੀ ਹੋਈ ਹੈ, ਸਭ ਨੂੰ ਉਤਸ਼ਾਹ ਬੜਾ ਹੋਇਆ ਹੈ। ਆਨ ਸਦਨ ਮਹਿ ਪ੍ਰਭੂ ਸਹਾਏ। ਗੁਰੂ ਨਾਨਕ ਸਾਹਿਬ ਜੀ ਆਪਣੇ ਸੋਹਣੇ ਘਰ ਵਿੱਚ ਆ ਕੇ ਬੜੇ ਸੋਭਨੀਕ ਹੋ ਗਏ। ਸੁਨ ਕੇ ਲੋਕ ਮਿਲਨ ਬਹੁ ਆਏ। ਸੁਣ ਕੇ ਵੀ ਗੁਰੂ ਨਾਨਕ ਸਾਹਿਬ ਜੀ ਘਰ ਵਿਖੇ ਚਰਨ ਪਾਏ, ਬਹੁਤ ਲੋਕ ਇਕੱਠੇ ਹੋ ਆ ਪਹੁੰਚੇ ਹੈ। ਬੰਦਨ ਕਰਹਿ ਜੋਰ ਦਵੈਪਾਨਾ। ਦੋਵੇਂ ਹੱਥ ਜੋੜ ਜੋੜ ਕੇ ਗੁਰੂ ਨਾਨਕ ਸਾਹਿਬ ਨੂੰ ਮੱਥੇ ਟੇਕਣਾ ਕਰ ਰਹੇ ਹੈ। ਯਥਾ ਯੋਗ ਸਭ ਕੋ ਸਨਮਾਨਾ। ਗੁਰੂ ਸਾਹਿਬ ਜੀ ਨੇ ਜਿਸ ਤਰ੍ਹਾਂ ਯੋਗ ਹੈ, ਵੱਡਿਆਂ ਦੇ ਚਰਨੀ ਹੱਥ ਲਾਉਣਾ, ਬਰਾਬਰ ਦੇ ਨਾਲ ਗਲੇ ਮਿਲਣਾ, ਛੋਟਿਆਂ ਨੂੰ ਪਿਆਰ ਕਰਨਾ, ਜਿਸ ਤਰ੍ਹਾਂ ਯੋਗ ਬਣਦਾ ਸੀ, ਸਭ ਦਾ ਹੀ ਸਨਮਾਨ ਆਦਰ ਕੀਤਾ ਹੈ ਸਤਿਗੁਰਾਂ ਨੇ। ਦੋਹਰਾ ਲਾਲੂ ਕਿਹ ਠਾ ਕਾਮ ਕੋ। ਜਦੋਂ ਗੁਰੂ ਸਾਹਿਬ ਜੀ ਘਰ ਵਿਖੇ ਆਏ ਹੈ, ਚਾਚਾ ਲਾਲੂ ਚੰਦ ਜੀ ਉਸ ਵੇਲੇ ਕਿਸੇ ਥਾਂ ਕੰਮ ਨੂੰ ਗਇਓ ਸੁਨਿਓ ਤਿਹ ਠਾਏ। ਕਿਸੇ ਥਾਂ ਕੰਮ ਗਏ ਹੋਏ ਸੀ, ਜਦੋਂ ਉੱਥੇ ਥਾਂ ਹੀ ਸੁਣਿਆ ਵੀ ਗੁਰੂ ਨਾਨਕ ਸਾਹਿਬ ਘਰ ਆਏ ਹੈ। ਰਸਾ ਪਾਦ ਤੂਰਨ ਧਰੇ। ਸੁਣ ਕੇ ਧਰਤੀ ਦੇ ਉੱਪਰ ਚਰਨ ਤੇ ਆਪਣੇ ਬੜੀ ਛੇਤੀ ਰੱਖ ਰਹੇ ਹੈ। ਫਿਰ ਮਿਲਿਓ ਆਨ ਬਹੁ ਪਾਏ। ਬਹੁਤਾ ਪ੍ਰੇਮ ਕਰਕੇ ਆਣ ਮਿਲੇ ਹੈ ਭਤੀਜੇ ਨੂੰ। ਚੌਪਈ ਭੀਰ ਭੂਰ ਭੀ ਅਜਰ ਮਝਾਰੀ। ਸਤਿਗੁਰੂ ਜੀ ਦੇ ਗ੍ਰਹਿ ਘਰ ਵੇਖੇ ਵਿਹੜੇ ਵਿੱਚ ਤੇ ਬਹੁਤ ਹੀ ਭੀੜ ਹੋ ਗਈ ਹੈ। ਦਰਸ਼ਨ ਹਿਤ ਆਵਹਿ ਨਰ ਨਾਰੀ। ਰਾਏ ਭੋਏ ਦੀ ਤਲਵੰਡੀ ਦੇ ਸਭ ਮਾਈ ਭਾਈ ਸਤਿਗੁਰੂ ਜੀ ਦੇ ਦਰਸ਼ਨਾਂ ਵਾਸਤੇ ਚੜ ਚੜ ਕੇ ਆ ਰਹੇ ਹੈ। ਕੁਸ਼ਲ ਪ੍ਰਸ਼ਨ ਕੀਨੋ ਸਭ ਤਾਈ। ਸਾਰਿਆਂ ਦੇ ਤਾਈ ਸਤਿਗੁਰੂ ਜੀ ਨੇ ਆਨੰਦ ਸੁਖ ਖੈਰ ਸੁਖ ਸਾਂਦ ਪੁੱਛਣਾ ਕੀਤੀ ਹੈ। ਬੈਠਾਰੇ ਕਹੈ ਸ੍ਰੀ ਜਗ ਸਾਈ। ਸੰਸਾਰ ਦੇ ਜੋ ਸਾਈ ਮਾਲਕ ਹੈ ਗੁਰੂ ਨਾਨਕ ਸਾਹਿਬ ਜੀ ਨੇ ਸਾਰਿਆਂ ਨੂੰ ਕਹਿ ਕੇ ਬਿਠਾਇਆ ਵੀ ਇੱਥੇ ਬੈਠੋ ਜੀ, ਇੱਥੇ ਬੈਠੋ ਸਾਰੇ। ਪ੍ਰੋਹਤ ਰਾਏ ਜੇ ਆਦ ਮਲਾਨਾ। ਜੋ ਪ੍ਰੋਹਤ ਹੈ ਹਰਦਿਆਲ ਕੁਤਬਦੀਨ ਮੁੱਲਾ ਹੈ, ਇਸੇ ਤਰ੍ਹਾਂ ਰਾਏ ਬਲਾਰ ਜੀ ਆਦਿਕ ਪਿਆਰੇ। ਤਾਂ ਪਰ ਲੋਕ ਸੋ ਨਰਨ ਬਖਾਨਾ। ਜਿਹੜੇ ਆਏ ਹੋਏ ਸੀ ਪੁਰਸ਼, ਉਹਨਾਂ ਕਿਹਾ ਵੀ ਸਤਿਗੁਰੂ ਜੀ, ਇਹ ਪੰਡਿਤ ਹਰਦਿਆਲ ਜੀ, ਰਾਏ ਬਲਾਰ ਜੀ, ਕੁਤਬਦੀਨ ਮੁੱਲਾ ਜੋ ਫਾਰਸੀ ਪੜ੍ਹਾਉਂਦੇ ਸਨ, ਉਹ ਸਾਰੇ ਮਹਾਰਾਜ ਪਰ ਲੋਕ ਗਮਨ ਕਰ ਗਏ ਹੈ, ਅਕਾਲ ਚਲਾਣਾ ਕਰ ਗਏ, ਚਲੇ ਗਏ ਸ੍ਰੀ ਛੱਡ ਕੇ। ਸੁਨ ਸ੍ਰੀ ਨਾਨਕ ਬਚਨ ਉਚਾਰਾ। ਸੁਣ ਕੇ ਸਤਿਗੁਰੂ ਜੀ ਨੇ ਬਚਨ ਕਿਹਾ, ਮਿਥਿਆ ਇਹ ਪਰ ਪੰਚ ਪਸਾਰਾ। ਵੀ ਸੁਣੋ ਲੋਕੋ, ਇਹ ਜਿਹੜਾ ਪਰਪੰਚ ਹੈ ਨਾ, ਸੰਸਾਰ ਦਾ ਪਸਾਰਾ ਫੈਲਿਆ ਹੋਇਆ, ਇਹ ਤੇ ਸਾਰਾ ਮਿਥਿਆ ਹੀ ਹੈ, ਨਾਸਵਾਨ ਹੀ ਹੈ। ਜੋ ਆਇਆ ਸੋ ਚੱਲ ਸੀ, ਜਿਹੜਾ ਆਇਆ ਉਹਨੇ ਚਲੇ ਹੀ ਜਾਣਾ ਹੈ। ਬਿਨਸ ਜਾਤ ਇਹ ਬਾਰ ਨਾ ਲਾਗੈ। ਇਹ ਮਿਥਿਆ ਜੋ ਸੰਸਾਰ ਜਦੋਂ ਨਾਸ ਹੋ ਜਾਂਦਾ ਹੈ, ਨਾਸ ਹੋਣ ਤੇ ਆਉਂਦਾ, ਇਹਨੂੰ ਦੇਰ ਨਹੀਂ ਲੱਗਦੀ। ਜਾਂ ਤੇ ਸਤ ਨਾਮ ਅਨੁਰਾਗੈ। ਇਸ ਕਰਕੇ ਮਿਥਿਆ ਸੰਸਾਰ ਦੇ ਪਿਆਰ ਨੂੰ, ਮੋਹ ਮਮਤਾ ਨੂੰ ਛੱਡ ਕੇ ਜਿਹੜਾ ਸਤਿਨਾਮ ਵਾਹਿਗੁਰੂ ਦਾ ਨਾਮ ਹੈ, ਉਹਦੇ ਭਾਈ ਪ੍ਰੇਮੀ ਪਿਆਰੇ ਹੋਵੋ ਸਾਰੇ। ਸੁਪਨ ਸਮਾਨ ਰਹਿਨ ਜਗ ਮਾਹੀ। ਸੰਸਾਰ ਵਿੱਚ ਜਿਹੜਾ ਰਹਿਣਾ ਤੇ ਸੁਪਨੇ ਦੇ ਵਾਂਗ ਹੈ। ਜਿਵੇਂ ਸੁਪਨੇ ਵਿੱਚ ਕੋਈ ਸੁੱਤਾ ਹੋਵੇ, ਬੜਾ ਕੁਝ ਦੇਖੀ ਜਾਏ, ਉੱਠ ਪੈਂਦਾ ਤੇ ਕੱਖ ਨਹੀਂ ਹੁੰਦਾ। ਤਜਾ ਮੋਹ ਸਥਿਰ ਕਛ ਨਾਹੀ। ਇਹਦਾ ਮੋਹ ਮੂਹ ਸਭ ਛੱਡ ਦਿਓ। ਸੰਸਾਰ ਵਿੱਚ ਜੋ ਕੁਝ ਵੀ ਦਿਸ ਰਿਹਾ, ਇਹ ਸਥਿਤ ਨਹੀਂ ਹੈ, ਇਹ ਰਹਿਣ ਵਾਲਾ ਨਹੀਂ ਹੈ। ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸਭ ਚਲੇ ਜਾਣ ਵਾਲੇ ਹੈ। ਭਾਉ ਭਗਤ ਜਿਨ ਮਨ ਮਹਿ ਧਾਰੀ। ਇਹ ਭਾਈ ਜਿਨ੍ਹਾਂ ਨੇ ਮਨ ਵਿੱਚ ਪਰਮੇਸ਼ਰ ਦੀ ਪ੍ਰੇਮਾ ਭਗਤੀ ਧਾਰੀ ਹੋਈ ਹੈ, ਸੋ ਗਮਨੈ ਨਿਜ ਕਾਜ ਸਵਾਰੀ। ਉਹ ਗੁਰਮੁਖ ਜਨ ਤੇ ਆਪਣੇ ਇਸ ਜਨਮ ਨੂੰ ਸਫਲ ਕਰਨ ਰੂਪੀ ਕਾਜ ਨੂੰ ਨਾ ਸਵਾਰ ਲਿਆ ਹੈ, ਤੇ ਇੱਥੋਂ ਚਲੇ ਗਏ ਹੈ ਆਪਣਾ ਜਨਮ ਸਵਾਰ ਕੇ
ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ ਨਾ। ਸਦਨ ਬਿਖੈ ਨਰ ਮਿਲਨ ਜੋ ਆਏ, ਘਰ ਦੇ ਵਿੱਚ ਜਿੰਨੇ ਪੁਰਸ਼ ਸਤਿਗੁਰ ਜੀ ਨੂੰ ਮਿਲਣ ਆਏ ਸੀ, ਧੰਨ ਧੰਨ ਸੁਨ ਬੈਨ ਲਾਏ। ਸਤਿਗੁਰ ਜੀ ਤੋਂ ਸੁਣ ਕੇ ਬਚਨ ਸਾਰੇ ਕਹਿਣ ਲੱਗੇ, ਮਹਾਰਾਜ ਤੁਸੀਂ ਤੇ ਧੰਨੋ ਧੰਤਾ ਜੋਗੋ ਜੀ। ਗਏ ਬਾਹਰ ਉਸਤਤ ਸਭ ਕਰਹੀਂ, ਫਿਰ ਸਾਰੇ ਚਲੇ ਗਏ। ਬਹੁਤ ਉਸਤਤ ਕਰਦੇ ਜਾ ਰਹੇ ਮਹਾਰਾਜ ਜੀ। ਮਹਾਪੁਰਖ ਇਹ ਭਜਨ ਉਚਰਹੀਂ, ਲੋਕੀ ਕਹਿੰਦੇ ਆਪੋ ਵਿੱਚ ਹੀ ਜਾਂਦੇ, ਕਹਿੰਦੇ ਇਹ ਜੋ ਗੁਰੂ ਨਾਨਕ ਸਾਹਿਬ ਇਹ ਤੇ ਮਹਾਨ ਪੁਰਖ ਸਾਧੂ ਹੀ ਹਨ। ਰਹਿਣ ਲੱਗੇ ਸ੍ਰੀ ਗੁਰ ਘਰ ਮਾਹੀ, ਇਸ ਤਰ੍ਹਾਂ ਗੁਰੂ ਅੰਗਦ ਦੇਵ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਘਰ ਵਿੱਚ ਹੀ ਰਹਿਣ ਲੱਗੇ ਐ ਹੁਣ। ਜਿਨ ਕੇ ਦਰਸ਼ਨ ਦੁਖ ਨਸਾਹੀ, ਜਿਨ੍ਹਾਂ ਸਤਿਗੁਰਾਂ ਦਾ ਦਰਸ਼ਨ ਆ ਸਾਰੇ ਦੋਸ਼ ਔਗਣ ਨਾਸ ਕਰ ਦਿੰਦਾ ਹੈ। ਸ੍ਰੀ ਅੰਗਦ ਗੁਰ ਮੁਝ ਪ੍ਰਤ ਭਾਖਾ, ਗੁਰੂ ਅੰਗਦ ਦੇਵ ਸਾਹਿਬ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਿਰ ਮੇਰੇ ਤਾਈਂ ਕਿਹਾ, ਬਾਲੇ ਮਿਲ ਕੁਟੰਬ ਕਰ ਕਾਖਾ। ਭਾਈ ਬਾਲਾ ਮਰਦਾਨਾ ਦੇ ਮਿਲ ਜੁਲ ਆਇਆ ਪਰਿਵਾਰ ਨੂੰ, ਹੁਣ ਤੂੰ ਵੀ ਬੜਿਆ ਹਿੱਤ ਪ੍ਰੇਮ ਜਾ ਕਰਕੇ ਮਿਲ ਜੁਲ ਆ ਪਰਿਵਾਰ ਨਾਲ। ਮਿਲ ਕਰ ਤੇਨਾ ਤੂਰਨ ਚੱਲ ਆਈਓ। ਹਾਂ ਇੱਕ ਗੱਲ ਜ਼ਰੂਰ ਹੈ ਵੀ ਪਰਿਵਾਰ ਨੂੰ ਮਿਲ ਜੁਲ ਕਰਕੇ ਬੜੀ ਛੇਤੀ ਚੱਲ ਕੇ ਆ ਜਾਣਾ ਵਾਪਸ। ਮੋਹ ਪੰਕ ਤਿਨ ਜਿਨ ਫਸ ਜਈਓ, ਕਿਉਂਕਿ ਜਿਹੜਾ ਸੰਸਾਰ ਦਾ ਮੋਹ ਕਰਨਾ ਹੈ ਬੜਾ ਤਗੜਾ ਚਿੱਕੜ ਹੈ, ਜਿਹਦੇ ਵਿੱਚ ਮਨੁੱਖ ਫਸ ਜਾਏ ਉਹ ਨਿਕਲ ਨਹੀਂ ਸਕਦਾ, ਭਾਵੇਂ ਕਿੰਨੇ ਦੁੱਖ ਮਿਲਣ। ਸਾਨੂੰ ਪਿਆ ਹੀ ਹੈ ਨਾ ਮੋਹ, ਭਾਵੇਂ ਮਾਰ ਪਵੇ, ਤੰਗ ਹੋਈਏ, ਪਰੇਸ਼ਾਨ ਹੋਈਏ, ਕਹਿੰਦੇ ਆ ਕੀ ਕਰੀਏ ਜੀ, ਹੁਣ ਤੇ ਇੱਥੇ ਲੰਘਣੇ ਪੈਣੇ, ਕੱਢਣੇ ਪੈਣੇ ਦਿਨ ਮਾੜੇ ਚੰਗੇ। ਇਹ ਚਿੱਕੜ ਹੈ, ਜਿਵੇਂ ਕੋਈ ਦਲਦਲ ਚਿੱਕੜ 'ਚ ਫਸ ਜਾਏ ਨਿਕਲ ਨਹੀਂ ਨਾ ਸਕਦਾ, ਉੱਥੇ ਵਿਚਾਰਾ ਰੋਂਦਾ ਕਰਲਾਉਂਦਾ ਮਰ ਮੁਰ ਜਾਂਦਾ ਹੈ। ਇਸੇ ਤਰ੍ਹਾਂ ਹੀ ਸਾਡੀ ਹਾਲਤ ਹੋਈ ਪਈ ਹੈ, ਜਿਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹੈ, ਹੇ ਭਾਈ ਬਾਲਾ ਇਸ ਪਰਿਵਾਰ ਦਾ ਮੋਹ ਬੜਾ ਚਿੱਕੜ ਹੈ, ਇਹਦੇ ਵਿੱਚ ਕਿਤੇ ਮਦਾ ਤੂੰ ਫਸ ਜਾਈ ਵੀ ਇੱਥੇ ਰਹਿ ਪਈਏ। ਬੇਦਨ ਕਮਲ ਵੰਸ ਕਰ ਹੰਸੋ, ਜੋ ਬੇਦੀਆਂ ਦੀ ਕੁਲ ਦੇ ਬੇਦੀਆਂ ਦੀ ਜੋ ਕੁਲ ਹੈ ਇਹ ਕਮਲ ਰੂਪੀ ਹੈ। ਬੇਦੀਆਂ ਦੀ ਕੁਲ ਜੋ ਕਮਲ ਰੂਪੀ ਇਹਨੂੰ ਖੜਾਉਣ ਵਾਸਤੇ ਗੁਰੂ ਸਾਹਿਬ ਜੀ ਹੰਸ ਕਹੀਏ ਸੂਰਜ ਵਾਂਗ ਹਨ। ਮੈਂ ਚਲਗਾ ਤੇਨਾ ਕਰ ਪਰਸੰਸੋ, ਗੁਰੂ ਅੰਗਦ ਦੇਵ ਸਾਹਿਬ ਜੀ ਮੈਂ ਸਤਿਗੁਰਾਂ ਦੀ ਮਹਿਮਾ ਵਡਿਆਈ ਉਸਤਤ ਕਰਦਾ ਹੋਇਆ ਬਚਨ ਮੰਨ ਕੇ ਚਲਾ ਗਿਆ ਘਰ। ਨਿਜ ਕੁਟੰਬ ਮਿਲ ਮੋਦ ਬੜਾ ਕਰ, ਵੱਡਾ ਕਰ ਆਪਣੇ ਪਰਿਵਾਰ ਨੂੰ ਮਿਲ ਜੁਲ ਕੇ ਤੇ ਉਹਨਾਂ ਨੂੰ ਬਹੁਤ ਹੀ ਆਨੰਦ ਵਧਾ ਕਰਕੇ, ਖੁਸ਼ੀ ਵਧਾ ਕਰਕੇ, ਆਵਤ ਭਾਹਾਂ ਢਿਗ ਕਰਨਾ ਕਰ। ਜੋ ਕਿਰਪਾ ਦੀ ਖਾਣ ਹੈ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੇ ਪਾਸ ਮੈਂ ਉਸੇ ਵੇਲੇ ਮਿਲ ਜੁਲ ਕੇ ਮਹਾਰਾਜ ਵਾਪਸ ਆ ਗਿਆ ਸੀ। ਇਤ ਸ੍ਰੀ ਗੁਰ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰ ਦੇ, ਮਾਤਾ ਪਿਤਾ ਮਿਲਨ ਪ੍ਰਸੰਗ ਵਰਨਨ ਨਾਮ ਪੰਚਮ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਅਖੀਰਲੇ ਅੱਧੇ ਭਾਗ ਦੇ ਹਿੱਸੇ ਦੇ ਜਿਹੜੇ 5 ਅਧਿਆਏ ਸਮਾਪਤ ਹੋਏ, ਜਿਨ੍ਹਾਂ ਵਿੱਚ ਸਤਿਗੁਰੂ ਜੀ ਆਪਣੇ ਮਾਤਾ ਪਿਤਾ ਨੂੰ ਮਿਲਣ ਗਏ ਉਹ ਪ੍ਰਸੰਗ ਆਇਆ ਹੈ। ਦੋਹਰਾ ਸਿੰਘ ਬਾਹਨੀ ਮਾਤ ਜਗ, ਜੋ ਵਿਦਿਆ ਦੀ ਸ਼ਕਤੀ ਹੈ, ਕਵਿਤਾ ਦੀ ਦਾਤੀ ਹੈ, ਸ਼ਕਤੀ ਹੈ, ਉਸ ਦਾ ਮੰਗਲ ਕਰਦੇ ਹੈ ਕਵੀ ਸਾਹਿਬ ਜੀ ਕਿ ਸ਼ੇਰ ਤੇ ਜੋ ਅਸਵਾਰੀ ਕਰਦੀ ਹੈ ਸੰਸਾਰ ਦੀ ਮਾਤਾ ਕਹੀ ਜਾਂਦੀ ਹੈ। ਅਸ਼ਟ ਭੁਜੀ ਖਾਲ ਕਾਲ, ਅੱਠਾਂ ਭੁਜਾਂ ਬਾਹਾਂ ਵਾਲੀ, ਖਲਾ ਮੂਰਖਾਂ ਦਾ ਨਾਸ ਕਰਨ ਵਾਲੀ, ਮਾਰਨ ਵਾਲੀ। ਨਮਸਕਾਰ ਤਿਹ ਚਰਨ ਕੋ, ਐਸੀ ਕਵਿਤਾ ਦੀ ਸ਼ਕਤੀ ਦਾਤੀ ਦੇ ਚਰਨਾਂ ਉੱਪਰ ਮੇਰੀ ਨਮਸਕਾਰ ਹੈ ਕਵੀ ਦੀ। ਉਚਰਾਂ ਕਥਾ ਰਸਾਲ, ਨਮਸਕਾਰ ਕਰਕੇ ਗੁਰੂ ਨਾਨਕ ਸਾਹਿਬ ਜੀ ਦੀ ਰਸਾਂ ਦਾ ਘਰ ਰਸੀਲੀ ਕਥਾ ਕਹਿੰਦਾ ਹਾਂ।
ਇਸੇ ਤਰ੍ਹਾਂ ਹੀ ਵਾਹਿਗੁਰੂ ਪਰਮੇਸ਼ਰ ਬ੍ਰਹਮ ਦੀ ਚੇਤਨ ਸੱਤਾ ਦਾ ਮੰਗਲ ਹੈ ਇਹ, ਕਿ ਜੋ ਵਾਹਿਗੁਰੂ ਦੀ ਚੇਤਨ ਸੱਤਾ ਹੈ ਉਹ ਹੰਕਾਰ ਰੂਪੀ ਸ਼ੇਰ ਦੇ ਉੱਪਰ ਸਵਾਰੀ ਕਰਨ ਵਾਲੀ ਹੈ, ਦਬਾ ਦੇਣ ਵਾਲੀ। ਹੰਕਾਰ ਰੂਪੀ ਸ਼ੇਰ ਨੂੰ ਸੰਸਾਰ ਦੀ ਮਾਤਾਵਤ ਹੈ, ਮਾਤ ਜਗ ਸੰਸਾਰ ਦੀ ਜੋ ਮਾਤਾ ਵਾਂਗ ਹੈ ਪਰਮੇਸ਼ਰ ਦੀ ਚੇਤਨ ਸੱਤਾ। ਅਸ਼ਟਭੁਜੀ ਅਸ਼ਟਭੁਜੀ ਖਲ ਕਾਲ, 8 ਬਾਹਾਂ ਵਾਲੀ ਹੈ, ਵਿਵੇਕ, ਵੈਰਾਗ, ਖੜ ਸੰਪਤੀ, ਮਮੁਕਸ਼ਤਾ, ਇਹ ਜਿਹੜੇ ਅੰਤਰੀ ਬਹਿਰ ਅੰਗ ਹੈ। ਇਸੇ ਤਰ੍ਹਾਂ ਸਰਵਣ, ਮੰਨਣ, ਨਿਧਿਆਸਣ, ਤਤਵੰਗ ਦਾ ਸੋਧਨ ਜਿਹੜੇ ਅੰਤਰੀਵ ਅੰਗ ਹੈ। ਇਹ ਬਹਿਰ ਅੰਗ ਤੇ ਅੰਤਰੀਵ ਅੰਗ ਇਹ 8 ਬਾਹਾਂ ਵਾਲੀ ਹੈ। ਖਲ ਜਿਹੜੇ ਔਗਣ ਗੁਨਾਹ ਹੈ, ਇਹ ਦੁਸ਼ਟਾਂ ਦਾ ਨਾਸ ਕਰਨ ਵਾਲੀ, ਖਾਤਮਾ ਕਰਨ ਵਾਲੀ ਹੈ ਪਰਮੇਸ਼ਰ ਦੀ ਸੱਤਾ। ਨਮਸਕਾਰ ਤਿਹ ਚਰਨ ਕੋ, ਉਸ ਬ੍ਰਹਮ ਦੀ ਚੇਤਨ ਸੱਤਾ ਦੇ ਨਾਮ ਰੂਪੀ ਚਰਨਾਂ ਉੱਪਰ ਨਮਸਕਾਰ ਕਰਕੇ ਉਚਰੋ ਕਥਾ ਰਸਾਲ। ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਅਗਲੀ ਕਥਾ ਬੜੀ ਰਸੀਲੀ ਹੈ, ਰਸਾਂ ਦਾ ਘਰ। ਮੈਂ ਕਵੀ ਉਚਾਰਦਾ ਹਾਂ, ਕਥਨ ਕਰਦਾ ਹਾਂ। ਸ੍ਰੀ ਬਾਲਾ ਸੰਦਰ ਵਾਚ ਚੌਪਈ ਸਨਹਾ ਕਥਾ ਸ੍ਰੀ ਫੇਰੂ ਨੰਦਨਾ। ਭਾਈ ਬਾਲਾ ਜੀ ਕਹਿੰਦੇ ਹੈ, ਗੁਰੂ ਅੰਗਦ ਦੇਵ ਸਾਹਿਬ ਜੀ ਬਾਬਾ ਫੇਰੂ ਜੀ ਦੇ ਪੁੱਤਰ ਗੁਰੂ ਅੰਗਦ ਦੇਵ ਸਾਹਿਬ ਜੀ ਅੱਗੇ ਕਥਾ ਸੁਣੋ। ਸਰੋਤਨ ਕੇ ਅਗ ਓਗਨ ਕੰਦਨਾ, ਜੋ ਸਤਿਗੁਰ ਜੀ ਦੀ ਕਥਾ ਸੁਣਨ ਵਾਲੇ ਸਰੋਤਿਆਂ ਗੁਰਸਿੱਖਾਂ ਪਿਆਰਿਆਂ ਦੇ ਸਮੂਹ ਪਾਪਾਂ ਨੂੰ ਕੱਢ ਦੇਣ ਵਾਲੀ ਹੈ। ਤਲਵੰਡੀ ਮਹਦੀਨ ਦਿਆਲਾ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਗਰੀਬਾਂ ਤੇ ਦਿਆਲਤਾ ਕਰਨ ਵਾਲੇ ਤਲਵੰਡੀ ਨਗਰ ਵਿੱਚ ਰਹਤਿਓ ਕਿਤਕ ਬਿਤਾਏ ਕਾਲਾ। ਉੱਥੇ ਰਹਿੰਦਾ ਹੋਇਆਂ ਕੁਝ ਕੁ ਸਮਾਂ ਜਦੋਂ ਬਤੀਤ ਕੀਤਾ, ਲੰਘਾਇਆ ਹੈ। ਏਕ ਦਿਵਸ ਕਾਲ ਟਿਗ ਆਵਾ, ਇੱਕ ਦਿਨ ਦੀ ਗੱਲ ਹੈ ਕਿ ਸਤਿਗੁਰਾਂ ਦੇ ਪਿਤਾ ਕਲਿਆਣ ਚੰਦ ਜੀ ਕੋਲ ਆਏ ਮਹਾਰਾਜ ਜੀ ਦੇ। ਹਿਤ ਸਮਝਾਵਨਾ ਬਚਨ ਲਾਵਾ, ਗੁਰੂ ਸਾਹਿਬ ਜੀ ਨੂੰ ਆਪਣੀ ਵੱਲੋਂ ਸਮਝਾਉਣ ਬੁਝਾਉਣ ਵਾਸਤੇ ਬਚਨ ਕਿਹਾ। ਹੇ ਸੁਤ ਗ੍ਰਹਸਤੀ ਰੀਤ ਕਰੀਜੈ, ਹੇ ਪੁੱਤਰ ਗੁਰੂ ਨਾਨਕ ਸਾਹਿਬ, ਤੁਸੀਂ ਹੁਣ ਵੱਡੇ ਹੋ ਗਏ ਹੋ, ਬਾਲ ਬੱਚੇ ਵਾਲੇ ਹੋ। ਜਿਵੇਂ ਆ ਗ੍ਰਹਸਤੀਆਂ ਦੀ ਰੀਤੀ ਹੁੰਦੀ, ਉਹ ਕੰਮ ਧੰਦੇ ਕਰਦੇ ਹੈ ਔਰ ਦੂਜਿਆਂ ਤੋਂ ਵੀ ਖੋ ਕੇ ਲਿਆ ਕੇ ਦਿੰਦੇ, ਉਹ ਖੇਤੀਬਾੜੀ ਕਰਦੇ ਹੈ। ਇਵੇਂ ਗ੍ਰਹਸਤੀਆਂ ਦੀ ਰੀਤੀ ਮਰਿਆਦਾ ਕਰਿਆ ਕਰੋ। ਵੇਖ ਫਕੀਰੀ ਅਬ ਤਜ ਦੀਜੈ, ਹੁਣ ਭੰਗਵੇਂ ਜੇ ਕੱਪੜੇ ਗੋਦੜੀ ਜੀ ਲਾ ਕੇ ਛੱਡ ਰੱਖ ਦਿਓ ਤੇ ਫਕੀਰਾਂ ਵਾਲਾ ਭੇਖ ਛੱਡ ਦਿਓ ਪੁੱਤਰ, ਦੂਜੇ ਕੱਪੜੇ ਪਹਿਨ ਲਓ। ਆਗੇ ਦਰਬ ਜਿਤੋ ਘਰ ਬਾਰਾ, ਕਿਉਂਕਿ ਜਿੰਨਾ ਵੀ ਪਹਿਲਾਂ ਮੇਰੇ ਘਰ ਵਿੱਚ ਪੈਸਾ ਹੈ ਸੀ, ਹੋਏ ਬਿਰਕਤ ਲੁਟਾਇਓ ਸਾਰਾ। ਬਿਰਕਤ ਹੋਏ ਬਿਰਕਤ ਲੁਟਾਇਓ ਸਾਰਾ, ਉਹ ਤੁਸਾਂ ਨੇ ਐਵੇਂ ਤਿਆਗੀ ਹੋ ਕੇ ਜਦੋਂ ਛੋਟੇ ਹੁੰਦੇ ਸੀ ਉਦੋਂ ਵੀ ਲੁਟਾ ਦਿੱਤਾ। ਕਦੀ ਕਿਸੇ ਫਕੀਰ ਨੂੰ ਲੋਟਾ ਦੇ ਦਿੱਤਾ, ਕਦੀ ਕਿਸੇ ਨੂੰ ਸ਼ਾਹ ਮੁੰਦਰੀ ਦੇ ਦਿੱਤੀ। ਤੇ ਜਦੋਂ ਤੁਸੀਂ ਸੁਲਤਾਨਪੁਰ ਗਏ ਕਿਰਤ ਕਮਾਈ ਕਰਨ, ਉੱਥੇ ਵੀ ਮੋਦੀ ਖਾਨੇ ਵਿੱਚ ਬਰਕਤੀ ਤਿਆਗੀ ਹੋ ਕੇ ਸਾਧੂਆਂ ਫਕੀਰਾਂ ਨੂੰ ਹੀ ਸਾਰਾ ਧਨ ਲੁਟਾ ਦਿੱਤਾ। ਤਾਂ ਆਪ ਜੀ ਨੇ ਕੋ ਕ੍ਰਿਤ ਅਬ ਲਿਹੋ ਸੰਭਾਰੀ, ਹੁਣ ਪਰਿਵਾਰ ਵਾਲੇ ਹੋ, ਜੀਆ ਜੰਤ ਵੱਲ ਵੇਖੋ ਤੇ ਕੋਈ ਨਾ ਕੋਈ ਘਰ ਦਾ ਕੰਮ ਸੰਭਾਲ ਲਓ ਪੁੱਤਰ ਜੀ। ਦਰਬ ਕਮਾਵਹੁ ਸਮਤ ਵਿਚਾਰੀ, ਚੰਗੀ ਤਰ੍ਹਾਂ ਸੋਚ ਵਿਚਾਰ ਕੇ ਸ੍ਰੇਸ਼ਟ ਬੁੱਧੀ ਨਾਲ ਪੈਸਾ ਕਮਾਓ। ਜਰਾ ਗ੍ਰਸੀ ਅਬ ਦੇਹ ਹਮਾਰੀ, ਜਰਾ ਗ੍ਰਸੀ ਨਹੀਂ, ਆ ਵੇਖ ਲਓ ਸਾਡੀ ਜਿਹੜੀ ਦੇਹ ਹੈ
ਇਹ ਤੇ ਬੁਢੇਪੇ ਨੇ ਗਰਸ ਲਈ, ਹੁਣ ਤੁਸੀਂ ਬੁੱਢੇ ਹੋ ਗਏ ਆ। ਸੁਖ ਦੇਵਨ ਕੀ ਹੈ ਤਬ ਵਾਰੀ। ਪੁੱਤਰਾਂ ਦਾ ਧਰਮ ਹੁੰਦਾ ਮਾਂ ਪਿਓ ਨੂੰ ਸੁਖ ਦੇਣਾ। ਪੁੱਤਰ ਜੀ ਸੁਖ ਦੇਣ ਦੀ ਹੁਣ ਤੁਹਾਡੀ ਵਾਰੀ ਹੈ। ਸਾਨੂੰ ਬਜ਼ੁਰਗਾਂ ਨੂੰ ਸਰਬ ਸਦਨ ਕੋ ਕਾਰ ਚਲਾਵਹੁ। ਸਾਰਾ ਜਿਹੜਾ ਘਰ ਦਾ ਕੰਮ ਕਾਰ ਉਹ ਤੁਸੀਂ ਆਪ ਚਲਾਓ ਅੱਗੇ ਹੋ ਕੇ। ਨਿਜ ਪੁਰ ਬਸਹੁ ਬੈਸ ਸੁਖ ਪਾਵਹੁ। ਆਪਣੇ ਨਗਰੀ ਇੱਥੇ ਤਲਵੰਡੀ ਰਾਏ ਭੋਏ ਦੀ ਰਹਿ ਕਰਕੇ ਵਸੋ ਤੇ ਘਰ ਵਿੱਚ ਬੈਠ ਕੇ ਸੁਖ ਪਾਓ ਸਾਰੇ। ਰਹੀਏ ਹਮਾਰੀ ਦ੍ਰਿਸ਼ਟ ਅਗਾਰੀ। ਸਾਡੇ ਬਜ਼ੁਰਗਾਂ ਦੇ ਪੁੱਤਰ ਜੀ ਹੁਣ ਤੇ ਨਿਗਾਹ ਦੇ ਸਾਹਮਣੇ ਅੱਗੇ ਹੀ ਰਹੋ ਹਮੇਸ਼ਾ। ਸੁਖੀ ਰਹਿ ਤਵ ਪਿਖ ਮਹਤਾਰੀ। ਤੁਹਾਡੀ ਮਾਤਾ ਜੀ ਵੀ ਤੁਹਾਨੂੰ ਦੇਖ ਦੇਖ ਕੇ ਜਿਸ ਕਰਕੇ ਸੁਖੀ ਰਹੇ ਵੀ ਮੇਰਾ ਪੁੱਤਰ ਘਰੇ ਹੀ ਹੈ। ਨਿਜ ਸਤ ਇਸਤਰੀ ਲਿਹੋ ਮੰਗਾਈ। ਆਪਣਾ ਜੋ ਪੁੱਤਰ ਹੈ ਲਖਮੀ ਚੰਦ ਜਾਂ ਲਖਮੀ ਦਾਸ, ਆਪਣੀ ਇਸਤਰੀ ਸੁਲੱਖਣੀ ਹੈ, ਉਹਨੂੰ ਤੁਸੀਂ ਪੱਖੂ ਕੇ ਰੰਧਾਵਾ ਤੋਂ ਮੰਗਾ ਲਓ ਘਰ ਇੱਥੇ। ਕਰ ਪ੍ਰਤਪਾਲ ਸਬਨ ਹਿਤ ਲਾਏ। ਸਾਰਿਆਂ ਨਾਲ ਹੀ ਸਾਰਿਆਂ ਦਾ ਬੜਾ ਪ੍ਰੇਮ ਲਾ ਕੇ ਹਿੱਤ ਲਾ ਕੇ ਤੇ ਪ੍ਰਤਪਾਲਣਾ ਪਾਲਣਾ ਪੋਸਣਾ ਕਰ। ਵਿਛਰੇ ਹੈ ਸੋ ਕਿਤ ਕਿਤ ਥਾਨਾ। ਵੇਖ ਲਓ ਤੁਹਾਡੇ ਜਾਣ ਕਰਕੇ ਕਿਵੇਂ ਸਾਰੇ ਵਿਛੜੇ ਐ। ਕੋਈ ਕਿਸੇ ਥਾਂ ਕੋਈ ਕਿਸੇ ਥਾਂ ਹੈ। ਵੱਡਾ ਸੁਪੁੱਤਰ ਸ਼੍ਰੀ ਚੰਦ ਸੁਲਤਾਨਪੁਰ ਹੈ ਤੁਹਾਡੀ ਭੈਣ ਕੋ। ਤੁਹਾਡੀ ਪਤਨੀ ਪੱਖੋ ਕੇ ਰੰਧਾਵਾ ਨਾਲ ਤੁਹਾਡਾ ਛੋਟਾ ਪੁੱਤਰ ਲਖਮੀ ਚੰਦ ਹੈ। ਤੁਸੀਂ ਕਿਤੇ ਹੋ, ਅਸੀਂ ਇੱਥੇ ਤਲਵੰਡੀ ਹਾਂ। ਤੁਹਾਡੇ ਜਾਣ ਕਰਕੇ ਪੁੱਤਰ ਜੀ ਕੋਈ ਕਿਸੇ ਕਿਸੇ ਥਾਂ ਵਿਛੜਿਆ ਬੈਠਾ ਹੈ। ਕੁਝ ਬਹੀਨ ਰਹੇ ਦੁਖਵਾਨਾ। ਤੁਹਾਡੇ ਤੋਂ ਬਿਨਾਂ ਵੇਖ ਲਓ ਸਾਰਾ ਪਰਿਵਾਰ ਹੀ ਖੇਰੂ ਖੇਰੂ ਹੋ ਰਿਹਾ ਹੈ ਤੇ ਦੁੱਖਾਂ ਵਾਲੇ ਹੋ ਕੇ ਰਹਿ ਰਹੇ, ਸਭ ਦੁਖੀ ਹੋ ਰਹੇ ਐ। ਇਸ ਬਿਦ ਕੇ ਸੁਨ ਕੇ ਬਜਤਾਤਾ। ਪਿਤਾ ਜੀ ਦੇ ਇਸ ਤਰ੍ਹਾਂ ਦੇ ਬਚਨ ਸੁਣ ਕੇ ਸਤਿਗੁਰੂ ਜੀ ਨੇ ਬੋਲੇ ਪ੍ਰਭੂ ਗਿਆਨ ਸੁਖ ਦਾਤਾ। ਜੋ ਗੁਰੂ ਨਾਨਕ ਸਾਹਿਬ ਜੀ ਗਿਆਨ ਦੇ ਵੀ ਦਾਤੇ ਸੁੱਖਾਂ ਦੇ ਵੀ ਦਾਤੇ ਬਚਨ ਬੋਲੇ ਹੈ ਬੜੇ ਗਿਆਨ ਦੇ। ਸੁਨ ਪਿਤ ਇਹ ਮਤ ਨੌਕ ਨਿਆਏ। ਪਿਤਾ ਜੀ ਸੁਣੋ ਧਿਆਨ ਨਾਲ, ਇਹ ਜਿਹੜੀ ਬੁੱਧੀ ਹੈ ਨਾ ਇਹ ਬੇੜੀ ਦੀ ਤਰ੍ਹਾਂ ਹੈ। ਦਰਬ ਮੋਹ ਜਲ ਸਰਤਾ ਤਾਈ। ਤੇ ਮੋਹ ਮਾਇਆ ਦਾ ਮੋਹ ਜਿਹੜਾ ਹੈ, ਮਾਇਆ ਦਾ ਮੋਹ ਰੂਪੀ ਜਲ ਦੀ ਨਦੀ ਚੱਲ ਰਹੀ ਹੈ। ਜੇ ਨੌਕਾ ਮਹਿ ਜਲ ਪਰ ਜਾਵੇ। ਪਿਤਾ ਜੀ ਜੇ ਬੇੜੀ ਜਲ ਵਿੱਚ ਪੈ ਜਾਵੇ ਡੁੱਬ ਜਾਏ ਤਤ ਸ਼ੈਨ ਆਪਣੇ ਵਿੱਚ ਡੁਬਾਵੇ। ਬੜੀ ਛੇਤੀ ਨਾਲ ਉਹ ਨਦੀ ਨੌਕਾ ਨੂੰ ਡੁਬੋ ਲੈਂਦੀ ਹੈ। ਇਸੇ ਤਰ੍ਹਾਂ ਜੇ ਨੌਕਾ ਮਹਿ ਜਲ ਪਰ ਜਾਵੇ। ਹੇ ਪਿਤਾ ਜੀ ਜੇ ਬੁੱਧੀ ਰੂਪ ਬੇੜੀ ਦੇ ਵਿੱਚ ਮੋਹ ਰੂਪੀ ਜਲ ਪੈ ਜਾਵੇ ਤਤ ਸ਼ੈਨ ਆਪਣੇ ਵਿੱਚ ਡੁਬਾਵੇ। ਇਹ ਮਾਇਆ ਦਾ ਜਿਹੜਾ ਮੋਹ ਰੂਪੀ ਜਲ ਨਦੀ ਵਹਿ ਰਹੀ ਹੈ ਬੜੀ ਛੇਤੀ ਡੁਬੋ ਲੈਂਦੀ ਹੈ ਇਸ ਬੇੜੀ ਮਤ ਨੂੰ। ਸਤਿਗੁਰ ਕੇਵਟ ਮਿਲ ਹੈ ਜੇ ਆਈ। ਹਾਂ ਜੇ ਸਤਿਗੁਰੂ ਪੂਰੇ ਖੇਵਟ ਬਲਾ ਰੂਪ ਹੋ ਕੇ ਬੁੱਧੀ ਰੂਪ ਨੌਕਾ ਬੇੜੀ ਨੂੰ ਆ ਮਿਲਣਾ। ਮਤ ਨੌਕਾ ਪਰ ਹੋਇ ਚੌਕਸਾਈ। ਬੁੱਧੀ ਰੂਪ ਬੇੜੀ ਦੇ ਉੱਪਰ ਚੌਕਸ ਹੋ ਕੇ ਸਾਵਧਾਨ ਹੋ ਕੇ ਪੂਰੇ ਸਤਿਗੁਰੂ ਮਿਲਾ ਬੈਠ ਜਾਣ। ਮੋਹ ਦਰਬ ਤੇ ਉਰਦ ਚਲਾਵੇ। ਉਰਦ ਚਲਾਵੇ ਮੋਹ ਮਾਇਆ ਦਾ ਮੋਹ ਜਿਹੜਾ ਹੈ ਇਹ ਨਦੀ ਹੈ। ਇਹਦੇ ਉੱਪਰ ਸਤਿਗੁਰੂ ਜੀ ਫਿਰ ਉੱਪਰ ਚਲਾਉਂਦੇ ਆ ਬੁੱਧੀ ਰੂਪ ਨੌਕਾ ਬੇੜੀ ਨੂੰ। ਖੇਵਨ ਕਰ ਹੈ ਗਿਆਨ ਸੁਨਾਵੇ। ਗਿਆਨ ਦੇ ਬਚਨਾਂ ਨੂੰ ਸੁਣਾ ਕੇ ਬੁੱਧੀ ਰੂਪ ਬੇੜੇ ਨੂੰ ਉੱਪਰ ਚਲਾਉਣਾ ਕਰਦੇ ਮੋਹ ਰੂਪੀ ਮਾਇਆ ਦਾ ਮੋਹ ਰੂਪੀ ਨਦੀ ਦੇ ਉੱਪਰ। ਆਤਮ ਲਖਨ ਪਾਰ ਕਿਨਾਰਾ। ਪਿਤਾ ਜੀ ਜਿਹੜਾ ਆਪਣੇ ਆਤਮਾ ਸਵੈ ਸਰੂਪ ਨੂੰ ਜਾਣਨਾ ਹੈ ਇਹ ਪਾਰਲਾ ਕਿਨਾਰਾ ਹੈ, ਪਾਰ ਕਰ ਜਾਣ ਵਾਲਾ। ਪਹੁੰਚਾ ਤਹ ਤਬ ਹੋਏ ਸੁਖਾਰਾ। ਜਦੋਂ ਆਤਮਾ ਨੂੰ ਜਾਣਨਾ ਰੂਪ ਪਾਰ ਕਿਨਾਰੇ ਤੇ ਪਹੁੰਚ ਜਾਏ
ਤਾਂ ਫਿਰ ਇਹ ਜੀਵ ਬੜਾ ਸੁਖਾਲਾ ਸੌਖਾ ਹੋ ਆਉਂਦਾ ਹੈ। ਨਾਤ ਇਹ ਜਨਮ ਮਰਨ ਦੁਖ ਭਾਰੀ। ਨਹੀਂ ਤੇ ਪਿਤਾ ਜੀ ਇਹ ਜਿਹੜਾ ਹੈ ਨਾ ਜੰਮ ਕੇ ਆਉਣਾ ਮਰ ਕੇ ਜਾਣਾ ਬੜਾ ਦੁੱਖ ਭਾਰੀ ਹੈ। ਆਏ ਜਾਏ ਜਗ ਵਾਰੰਵਾਰੀ। ਜਿਵੇਂ ਬੇੜੀ ਕਦੀ ਆਉਂਦੀ ਹੈ ਇਸ ਕਿਨਾਰੇ ਕਦੀ ਪਾਰਲੇ ਕਿਨਾਰੇ, ਕਦੀ ਇੱਧਰ ਕਦੀ ਉੱਧਰ, ਇਵੇਂ ਵਾਰ-ਵਾਰ ਇਹ ਜੀਵ ਜਿਹੜਾ ਜੰਮ ਕੇ ਆਈ ਜਾਂਦਾ ਮਰ ਕੇ ਜਾਈ ਜਾਂਦਾ ਸੰਸਾਰ ਵਿੱਚ। ਆਸ ਕਹਿ ਕਿਰਪਾ ਦ੍ਰਿਸ਼ਟ ਅਵਲੋਕੀ। ਇਸ ਤਰ੍ਹਾਂ ਗਿਆਨ ਦੇ ਬਚਨ ਕਹਿ ਕੇ ਗੁਰੂ ਜੀ ਨੇ ਕਿਰਪਾ ਦੀ ਦ੍ਰਿਸ਼ਟੀ ਨਾਲ ਤੱਕਿਆ ਹੈ ਪਿਤਾ ਜੀ ਨੂੰ। ਪਿਤ ਕੇ ਉਰ ਤੇ ਮਾਇਆ ਰੋਕੀ। ਪਿਤਾ ਜੀ ਦੇ ਹਿਰਦੇ ਦੇ ਦਿਵਾਲੇ ਦੁਆਲੇ ਜਿਹੜੀ ਮਾਇਆ ਹੋਈ ਪਈ ਸੀ ਉਹ ਸਾਰੀ ਰੋਕੀ ਹੈ ਸਤਿਗੁਰਾਂ ਨੇ ਮਿਹਰ ਦੀ ਦ੍ਰਿਸ਼ਟੀ ਨਾਲ। ਸਤਿ ਛਿਨ ਗਿਆਤ ਹਿਰਦੇ ਮਹਿ ਆਈ। ਉਸੇ ਵੇਲੇ ਹਿਰਦੇ ਵਿੱਚ ਆਤਮ ਸਰੂਪ ਪਰਮਾਤਮ ਦੀ ਸੋਝੀ ਹੋ ਆਈ ਹੈ ਪਿਤਾ ਜੀ ਨੂੰ। ਜਨ ਮਦ ਉਤਰ ਗਏ ਸੁਧ ਪਾਈ। ਮਾਨੋ ਜਿਵੇਂ ਕਿਸੇ ਨੇ ਬੜੀ ਡੱਫ ਕੇ ਸ਼ਰਾਬ ਪੀਤੀ ਹੋਈ ਹੋਵੇ ਤੇ ਉਹ ਨਸ਼ਾ ਉਤਰ ਜਾਏ ਤੇ ਉਹ ਹੋਸ਼ ਪਾ ਲਵੇ, ਬੜਾ ਕਾਇਮ ਹੋ ਜਾਂਦਾ ਹੈ। ਇਸੇ ਤਰ੍ਹਾਂ ਮਾਨੋ ਜੋ ਮਾਇਆ ਰੂਪੀ ਨਸ਼ਾ ਉਹ ਉਤਰ ਗਿਆ ਪਿਤਾ ਜੀ ਦਾ, ਗਿਆਨ ਰੂਪੀ ਸੁਧ ਖਬਰ ਹੋਸ਼ ਪਾਈ ਹੈ। ਬੋਲਿਓ ਕਰ ਕੇ ਭਾਉ ਕਨੇਰਾ। ਹੁਣ ਮੋਹ ਉੱਠ ਗਿਆ ਹੈ ਨਾ, ਵੀ ਭੁੱਲ ਗਿਆ ਵੀ ਮੈਂ ਪਿਤਾ ਹਾਂ, ਗੁਰੂ ਨਾਨਕ ਸਾਹਿਬ ਜੀ ਪੁੱਤਰ ਹੈ। ਜਿਸ ਕਰਕੇ ਗਿਆਨ ਹੋਣ ਕਰਕੇ ਬਹੁਤਾ ਪ੍ਰੇਮ ਨਾਲ ਬੋਲੇ ਹੈ ਪਿਤਾ ਕਲਿਆਣ ਚੰਦ ਜੀ। ਮੈਂ ਜਾਣਤ ਰਹਿਓ ਸੁਤ ਮੇਰਾ। ਇਹ ਗੁਰੂ ਨਾਨਕ ਸਾਹਿਬ ਮੈਂ ਤੇ ਆਪ ਜੀ ਨੂੰ ਹਮੇਸ਼ਾ ਆਪਣਾ ਪੁੱਤਰ ਹੀ ਕਰਕੇ ਜਾਣਦਾ ਰਿਹਾ ਵੀ ਮੇਰਾ ਪੁੱਤਰ ਹੈ। ਇੱਕੋ ਇੱਕ ਗੁਰੂ ਨਾਨਕ ਸਾਹਿਬ। ਮਹਾਪੁਰਖ ਤੁਮ ਦੀਨ ਦਿਆਲਾ। ਆ ਤੇ ਮੋਹ ਦਾ ਪਰਦਾ ਚੁੱਕਿਆ, ਭਰਮ ਕੇ ਪਰਦੇ ਸਤਿਗੁਰ ਖੋਲੇ। ਭਰਮ ਦਾ ਪਰਦਾ ਚੁੱਕ ਦਿੱਤਾ ਅੱਜ ਮਹਾਰਾਜ। ਮੈਂ ਤੇ ਵੇਖ ਲਿਆ ਤੁਸੀਂ ਤੇ ਮਹਾਨ ਪੁਰਖ ਹੋ, ਗਰੀਬਾਂ ਤੇ ਦਿਆਲਤਾ ਕਰਨ ਵਾਲੇ ਹੋ ਜੀ। ਮੁਝ ਔਰ ਦੀਜਾ ਗਿਆਨ ਵਿਸਾਲਾ। ਗੁਰੂ ਸਾਹਿਬ ਜੀ ਜਿਸ ਤਰ੍ਹਾਂ ਤੁਸੀਂ ਦੂਸਰਿਆਂ ਨੂੰ ਗਿਆਨ ਦਿੰਦੇ ਹੋ, ਮੇਰੇ ਪਿਓ ਦੇ ਵੀ ਹਿਰਦੇ ਵਿੱਚ ਅੱਜ ਮਹਾਨ ਬ੍ਰਹਮ ਗਿਆਨ ਬਖਸ਼ ਦਿਓ ਜੀ। ਜਿਹ ਤੇ ਜਨਮ ਮਰਨ ਹੈ ਹਾਨਾ। ਜਿਸ ਕਰਕੇ ਪੁੱਤਰ ਗੁਰੂ ਨਾਨਕ ਸਾਹਿਬ ਜੀ ਮੇਰਾ ਜੰਮਣ ਮਰਨ ਦਾ ਦੁੱਖ ਨਾਸ ਹੋ ਜਾਏ। ਉਪਜੈ ਅਬ ਚਲ ਆਨੰਦ ਮਹਾਨਾ। ਜੋ ਮਹਾਨ ਆਨੰਦ ਹੈ ਅਟਲ ਅਵਚਲ ਬ੍ਰਹਮ ਗਿਆਨ ਦਾ ਪੈਦਾ ਹੋ ਜਾਏ। ਮੈਂ ਹਾਂ ਕੌਣ ਮੋਹਿ ਸੁਧ ਨਾਹੀ। ਪੁੱਤਰ ਗੁਰੂ ਨਾਨਕ ਸਾਹਿਬ ਜੀ ਮੈਂ ਕੌਣ ਹਾਂ, ਮੇਰਾ ਆਤਮ ਸਰੂਪ ਕੀ ਹੈ, ਮੈਨੂੰ ਤੇ ਸੁੱਧ ਹੀ ਨਹੀਂ ਹੈ, ਖਬਰ ਹੀ ਨਹੀਂ ਹੈ ਕੋਈ। ਰਹਿ ਹੋ ਹਰਖ ਸੋਕ ਕੇ ਮਾਹੀ। ਜਦੋਂ ਤੁਸੀਂ ਕੋਈ ਕੰਮ ਕਰ ਲੈਂਦੇ ਹੋ ਮੈਂ ਖੁਸ਼ ਹੋ ਜਾਣਾ, ਨਹੀਂ ਕਰਦੇ ਗਮ ਵਿੱਚ ਹੋ ਜਾਣਾ। ਇਸ ਤਰ੍ਹਾਂ ਮੈਂ ਤੇ ਹਰਖ ਸੋ ਗਮੀ ਖੁਸ਼ੀ ਜੀ ਰਹਿਣਾ ਹਰ ਵਕਤ। ਇੱਕ ਸ਼ਨ ਮਨ ਥਿਤ ਹੋਵਤ ਨਾਹੀ। ਸਿੱਧਾ ਹੀ ਬਚਨ ਹੈ ਪੁੱਤਰ ਜੀ। ਇੱਕ ਛਿਨ ਅੱਖ ਦੇ ਝਮੱਕੇ ਮਾਤਰ ਵੀ ਜਿਹੜਾ ਮਨ ਹੈ ਨਾ ਮੇਰਾ ਉਹ ਸਥਿਤ ਨਹੀਂ ਹੁੰਦਾ। ਵਿਚ ਰਹਿ ਰਾਗ ਦਵੈਖ ਕੇ ਮਾਹੀ। ਬਸ ਮੋਹ ਤੇ ਦਵੈਖ ਈਰਖਾ ਦੇ ਵਿੱਚ ਹੀ ਵਿਚਰਦਾ ਹੈ ਰਾਤ ਦਿਨ ਮਨ ਇਹ। ਇਸ ਪ੍ਰਕਾਰ ਲੱਖ ਪਿਤ ਜਗਿਆਸਾ। ਇਸ ਤਰ੍ਹਾਂ ਸਤਿਗੁਰੂ ਜੀ ਪਿਤਾ ਜੀ ਦੀ ਜਗਿਆਸਾ ਜਾਣਨ ਦੀ ਜਾਣ ਕੇ, ਮੁਕਤੀ ਦੀ ਇੱਛਾ ਵਾਲੇ ਜਾਣ ਕੇ, ਬੋਲੇ ਭਜਨ ਗਿਆਨ ਕੇ ਰਾਸਾ। ਜੋ ਗਿਆਨ ਦੇ ਖਜ਼ਾਨੇ ਹੈ ਗੁਰੂ ਨਾਨਕ ਸਾਹਿਬ ਜੀ ਤੇ ਮਹਾਰਾਜ ਬੋਲੇ ਹੈ ਬਚਨ। ਪਰਮੇਸ਼ਰ ਤੇ ਬੇਮੁਖ ਜੋਈ। ਪਿਤਾ ਜੀ ਜਿਹੜਾ ਪਰਮੇਸ਼ਰ ਤੋਂ ਹੈ ਨਾ ਬੇਮੁਖ ਹੋਇਆ। ਮਨ ਜੋ ਨਾਮ ਲਖੀਜੈ ਸੋਈ। ਉਹਦਾ ਨਾਮ ਮਨ ਹੈ ਜਿਹੜਾ ਜੋ ਪਰਮੇਸ਼ਰ ਤੋਂ ਹੋਇਆ ਨਾ ਬੇਮੁਖ, ਉਹਦਾ ਨਾਮ ਹੈ ਮਨ ਜਾਣ ਲਈਏ ਉਸ ਨੂੰ। ਜੋ ਸਰੂਪ ਸਨਮੁਖ ਹੈ ਲਾਗਾ। ਤੇ ਜੋ ਸਰੂਪ ਵਾਹਿਗੁਰੂ ਦੇ ਸਰੂਪ ਆਤਮ ਸਰੂਪ ਦੇ ਸਾਹਮਣੇ ਹੋ ਕੇ ਲੱਗਾ ਹੋਇਆ ਹੈ। ਭਇਓ ਅਮਨ ਸੋ ਲਖੋ ਸੁਭਾਗਾ। ਅਮਨ ਪੜਨਾ, ਅਮਨ ਨਹੀਂ ਪੜਨਾ। ਜੋ ਪਰਮੇਸ਼ਰ ਤੋਂ ਬੇਮੁਖ ਹੈ ਉਸ ਦਾ ਨਾਮ ਹੈ ਮਨ। ਜੋ ਮਨ ਸਰੂਪ ਦੇ ਸਨਮੁਖ ਹੋਇਆ ਹੈ
ਉਹ ਮਨ ਨਹੀਂ ਰਹਿੰਦਾ ਪਿਤਾ ਜੀ। ਉਹ ਤੇ ਉਸ ਦਾ ਫਿਰ ਨਾਮ ਹੈ ਅਮਨ, ਭਾਵ ਮਨ ਤੋਂ ਰਹਿਤ ਹੋ ਜਾਂਦਾ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਿੰਨਾ ਚਿਰ ਪਰਮੇਸ਼ਰ ਤੋਂ ਬੇਮੁਖ ਹੈ ਫਿਰ ਤੇ ਹੈਗਾ ਇਹ ਮਨ, ਤੇ ਜਦੋਂ ਇਹ ਸਾਹਮਣੇ ਹੋ ਜਾਂਦਾ ਹੈ ਫਿਰ ਤੇ ਆਤਮ ਸਰੂਪ ਹੋ ਜਾਂਦਾ ਹੈ, ਜੋਤ ਸਰੂਪ ਹੋ ਜਾਂਦਾ ਹੈ ਮਨ ਹੀ। ਜਿਉ ਰਵ ਬੇਮੁਖ ਬਰਫ ਹੋਇ ਜਾਵੈ। ਪਿਤਾ ਜੀ ਇਸ ਉੱਪਰ ਦ੍ਰਿਸ਼ਟਾਂਤ ਸੁਣੋ, ਜਿਵੇਂ ਸੂਰਜ ਤੋਂ ਬੇਮੁਖ ਹੋਇਆ ਜਲ ਪਾਣੀ ਬਰਫ਼ ਹੋ ਜਾਂਦਾ ਜੰਮ ਕੇ। ਸਨਮੁਖ ਤੇ ਸੋ ਜਲ ਪਦ ਪਾਵੈ। ਸਾਹਮਣੇ ਜਦੋਂ ਸੂਰਜ ਦੇ ਹੋ ਜਾਂਦਾ ਹੈ ਨਾ ਜਲ, ਉਹ ਬਰਫ਼, ਤੇ ਉਸੇ ਵੇਲੇ ਉਹ ਜਲ ਦੀ ਪਦਵੀ ਪਾ ਲੈਂਦੀ ਹੈ ਬਰਫ਼। ਜਿਹੜਾ ਜਲ ਪਾਣੀ ਬਰਫ਼ ਬਣਿਆ ਸੀ ਸੂਰਜ ਤੋਂ ਬੇਮੁਖ ਹੋ ਕੇ, ਸਾਹਮਣੇ ਹੁੰਦਿਆਂ ਹੀ ਉਹ ਜਲ ਦੀ ਪਦਵੀ ਪਾ ਲੈਂਦਾ, ਫਿਰ ਜਲ ਹੀ ਬਣ ਜਾਂਦਾ ਹੈ। ਤਿਉ ਇਸ ਮਨ ਕੀ ਗਤ ਲਖ ਲੀਜੈ। ਇਸੇ ਤਰ੍ਹਾਂ ਪਿਤਾ ਜੀ ਮਨ ਦੀ ਹਾਲਤ ਜਾਣ ਲਈਏ, ਸਾਹਮਣੇ ਹੋ ਜਾਏ ਤੇ ਇਹ ਤੇ ਹੈ ਆਤਮ ਸਰੂਪ, ਜੋ ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਜੋਤ ਸਰੂਪ ਹੈ। ਬੇਮੁਖ ਹੋ ਜਾਏ ਇਹ ਬਰਫ਼ ਦੀ ਨਿਆਈ, ਫਿਰ ਜੰਮ ਜਾਂਦਾ ਹੈ। ਉਸੇ ਦਾ ਨਾਮ ਹੀ ਮਨ ਹੈ ਜਿਹੜਾ ਬੇਮੁਖ ਹੋਇਆ ਹੈ। ਪਰਮੇਸ਼ਰ ਦਿਸ ਦ੍ਰਿੜ ਸੋ ਕਰੀਜੈ। ਇਸ ਕਰਕੇ ਪਿਤਾ ਜੀ ਪਰਮੇਸ਼ਰ ਦੀ ਤਰਫ ਇਸ ਮਨ ਨੂੰ ਕਰਨਾ ਕਰੀਏ ਸਨਮੁਖ। ਹਰਖ ਸੋਕ ਪੁਨ ਰਾਗ ਜੋ ਦੁਆਖਾ। ਹਰਖ ਜਿਹੜੀ ਖੁਸ਼ੀ ਕਰਨੀ ਹੈ ਪਦਾਰਥਾਂ ਤੇ ਚਲੇ ਜਾਣ ਤੇ ਗਮੀ ਕਰਨੀ ਹੈ, ਤੇ ਜਿਹੜਾ ਪ੍ਰੇਮ ਕਰਨਾ ਦਵੈਖ ਈਰਖਾ ਕਰਨੀ ਹੈ। ਤਿਨ ਤੇ ਹੋਇ ਹੈ ਸਥਿਤ ਬਸੇਖਾ। ਉਹਨਾਂ ਨਾਲ ਇਹ ਤੇ ਜਿਹੜਾ ਮਨ ਹੈ, ਮਨ ਪੂਰਾ ਜਿਹੜਾ ਇਹਨਾਂ ਤਿੰਨਾਂ ਹਰਖ ਜਿਹੜਾ ਸੋਗ ਹੈ, ਤੇ ਇਹਨਾਂ ਵਿੱਚ ਤੇ ਮਨ ਹੈ ਵਿਸ਼ੇਸ਼ ਕਰਕੇ ਸਥਿਤ ਹੋ ਜਾਂਦਾ, ਜੰਮ ਜਾਂਦਾ ਹੈ। ਹਰਖ ਸੋਖ ਰਾਗ ਦਵੈਖ ਚ ਪੈ ਕਰਕੇ ਇਸੇ ਤਰ੍ਹਾਂ ਹੀ ਜਿਹੜਾ ਹੈ ਅਰਥ ਇਹ ਵੀ ਲੱਗ ਜਾਂਦਾ ਵੀ ਇਹ ਜਿਹੜੇ ਹਰਖ ਸੋਗ ਰਾਗ ਦਵੈਸ਼ ਇਹਨਾਂ ਤੋਂ ਮਨ ਹਟ ਕੇ ਅਤਿਸ਼ੇ ਕਰਕੇ ਵਿਸ਼ੇਸ਼ ਕਰਕੇ ਟਿਕ ਜਾਂਦਾ ਹੈ, ਸਥਿਤ ਹੋ ਜਾਂਦਾ ਹੈ। ਸਰਬ ਥਾਨ ਸਭ ਜੀਵਨ ਮਾਹੀ। ਪਿਤਾ ਜੀ ਸਾਰੇ ਥਾਵਾਂ ਵਿੱਚ ਤੇ ਸਾਰੇ ਜੀਵਾਂ ਵਿੱਚ ਪਰਮੇਸ਼ਰ ਬਿਨ ਦੂਜੋ ਨਾਹੀ। ਉਸ ਪਰਮੇਸ਼ਰ ਤੋਂ ਬਿਨਾਂ ਦੂਜਾ ਕੋਈ ਹੈ ਨਹੀਂ ਹੈ, ਤੁਧ ਬਿਨ ਦੂਜਾ ਨਹੀਂ ਕੋਏ। ਧਰਨੀ ਸਰਬ ਬਿਖੈ ਜਲ ਜੈਸਾ। ਜਿਸ ਤਰ੍ਹਾਂ ਸਾਰੀ ਧਰਤੀ ਵਿੱਚ ਹੀ ਜਲ ਸਮਾਇਆ ਹੋਇਆ ਹੇਠਾਂ। ਪਰਮਾਤਮ ਰਹਿਓ ਪੂਰ ਸੋ ਐਸੇ। ਇਸੇ ਤਰ੍ਹਾਂ ਹੀ ਪਿਤਾ ਜੀ ਪਰਮਾਤਮਾ ਸਾਰੇ ਥਾਂ ਪਰਿਪੂਰਨ ਹੋ ਰਿਹਾ, ਰਵ ਰਿਹਾ ਹੈ। ਤੁਮ ਜੇ ਕਹੋ ਨਹ ਦੇਤ ਦਿਸਾਈ। ਜੇ ਤੁਸੀਂ ਕਹੋ ਕਿ ਪੁੱਤਰ ਜੇ ਸਾਰੇ ਥਾਂ ਸਮਾਇਆ ਹੋਇਆ ਤੇ ਸਾਨੂੰ ਕਿਉਂ ਨਹੀਂ ਦਿਸਦਾ ਪਰਮੇਸ਼ਰ। ਸੋ ਬਿਦ ਨੀਕੀ ਦਿਆ ਬਤਾਈ। ਉਹ ਚੰਗੇ ਢੰਗ ਤਰੀਕੇ ਵਿਧੀ ਨਾਲ ਤੁਹਾਨੂੰ ਦਲੀਲ ਨਾਲ ਦੱਸ ਦਿੰਦੇ ਆ। ਗਿਆਨੀ ਕੋ ਜੋ ਹਿਰਦਾ ਬਿਮਲ ਹੈ। ਜਿਹੜਾ ਹੈ ਨਾ ਪਿਤਾ ਜੀ ਗਿਆਨੀ, ਗਿਆਨ ਨੂੰ ਕਮਾਉਣ ਵਾਲਾ, ਸੋ ਗਿਆਨੀ ਜਿਹਨੇ ਸ਼ਬਦ ਦੇ ਵੱਲੇ ਵਲਾਈ, ਜਿਹਨੇ ਵਾਹਿਗੁਰੂ ਦੇ ਸ਼ਬਦ ਉਪਦੇਸ਼ ਵਿੱਚ ਲਿਵ ਲਾਈ, ਅਸਲ ਵਿੱਚ ਉਹ ਗਿਆਨੀ ਹੈ ਜਿਹਨੇ ਰਾਮ ਦੇ ਨਾਮ ਨਾਲ ਲਿਵ ਲਾਈ ਹੈ। ਆ ਵਿਖਾਵੇ ਦਾ ਗਿਆਨੀ ਨਹੀਂ ਵੀ ਸਿਰ ਤੇ ਦਸਤਾਰ ਗਲ ਗਾਤਰਾ ਜਾਂ ਚੋਲਾ ਪਾਇਆ ਵੇਖਣਾ ਗਿਆਨੀ ਹੈ, ਜਾਂ ਅੱਖਰਾਂ ਦੇ ਅਰਥ ਹੀ ਇਕੱਲੇ ਕਰੀ ਜਾਏ, ਅੰਤਰੀ ਵਿਗਿਆਨ ਨਾ ਹੋਵੇ, ਉਹ ਗਿਆਨੀ ਹੈ। ਉਹ ਗਿਆਨੀ ਨਹੀਂ। ਇੱਥੇ ਵੀ ਆ ਰਿਹਾ ਵੀ ਜਿਹੜਾ ਗਿਆਨੀ ਦਾ ਹਿਰਦਾ ਉੱਜਲ ਹੁੰਦਾ ਹੈ, ਤੇ ਗਿਆਨੀ ਉਹ ਜਿਹਨੇ ਰਾਮ ਪਰਮੇਸ਼ਰ ਦੇ ਨਾਮ ਨਾਲ ਲਿਵ ਲਾਈ ਹੈ, ਤੇ ਇਸੇ ਤਰ੍ਹਾਂ ਜਿਹਨੇ ਸ਼ਬਦ ਵਿੱਚ ਲਿਵ ਲਾਈ ਉਹ ਗਿਆਨੀ ਹੈ। ਸਤਿਗੁਰੂ ਜੀ ਕਹਿੰਦੇ ਪਿਤਾ ਜੀ ਜੋ ਗਿਆਨੀ ਹੈ ਉਹਦਾ ਹਿਰਦਾ ਉੱਜਲ ਹੈ, ਨਿਰਮਲ ਹੈ। ਤਾਹਾ ਪ੍ਰਗਟ ਜਿਉ ਸਰੋਤ ਸੋ ਜਲ ਹੈ। ਉੱਥੇ ਤੇ ਪਰਮੇਸ਼ਰ ਐਵੇਂ ਪ੍ਰਗਟ ਹੈ ਜਿਵੇਂ ਸੋਮੇ ਦਾ ਜਲ ਪ੍ਰਗਟ ਹੁੰਦਾ, ਝਰਨਾ ਝਰਦਾ ਹੈ, ਨਦੀ ਦਾ ਪ੍ਰਵਾਹ। ਜਗਿਆਸੀ ਕੋ ਔਰ ਹੈ ਜੋਈ। ਜੋ ਜਗਿਆਸੂ ਭਵ ਜਾਣਨ ਦੀ ਇੱਛਾ ਵਾਲਾ, ਜਾਂ ਜਗਿਆਸੂ ਮੁਕਤੀ ਦੀ ਇੱਛਾ ਵਾਲਾ ਹਜੇ ਹੋਇਆ ਹੀ ਹੈ,
ਜਿਹਨੂੰ ਚਾਹਨਾ ਆਪਣੇ ਭਲੇ ਦੀ ਉਹਦਾ ਹਿਰਦਾ ਹੈ ਜੋ। ਖੂਬ ਸਮਾਨ ਜਾਣੀਏ ਸੋਈ, ਜਗਿਆਸੂ ਦਾ ਹਿਰਦਾ ਖੂਹ ਦੇ ਸਮਾਨ ਜਾਣੀਏ। ਜਤਨ ਕਰੇ ਜਲ ਕਰ ਮਹਿ ਆਵੈ, ਜਿਵੇਂ ਖੂਹ ਵਿੱਚੋਂ ਜਲ ਕੱਢਣ ਵਾਸਤੇ ਮਨੁੱਖ ਬਹੁਤ ਯਤਨ ਕਰੇ, ਕੋਈ ਬਾਲਟੀ ਨਾਲ ਰੱਸੀ ਬੰਨੇ, ਫਿਰ ਠਾਂ ਸੁੱਟੇ, ਫਿਰ ਸੁੱਟ ਕੇ ਤਾਂ ਖਿੱਚੇ ਕੋਈ ਜ਼ੋਰ ਲਾ ਕੇ, ਬਹੁਤ ਹੀ ਯਤਨ ਕਰੇ ਤਾਂ ਹੱਥ ਵਿੱਚ ਜਲ ਆਉਂਦਾ ਹੈ। ਤਿਉ ਪਰਿਆਸ ਤੇ ਈਸ਼ਵਰ ਪਾਵੈ, ਇਸੇ ਤਰ੍ਹਾਂ ਜਗਿਆਸੂ ਜਿਹੜਾ ਜਾਣਨ ਦੀ ਇੱਛਾ ਵਾਲਾ, ਜੇ ਮੁਕਤੀ ਦੀ ਇੱਛਾ ਵਾਲਾ ਹੈ, ਚਾਹਨਾ ਹੀ ਹੈ ਵੀ ਮੈਂ ਪਰਮੇਸ਼ਰ ਨੂੰ ਮਿਲਾਂ, ਜੇ ਉਹ ਬੜੇ ਯਤਨ ਕਰੇ ਤਾਂ ਉਹ ਈਸ਼ਵਰ ਪਰਮੇਸ਼ਰ ਨੂੰ ਪਾਉਂਦਾ ਹੈ। ਥੋੜਾ ਬਹੁਤਾ ਯਤਨ ਕਾਰਨ ਰੂਪ ਅਗਿਆਨੀ ਕੋ ਰਹਿ ਜੋ, ਪਰ ਪਿਤਾ ਜੀ ਜਿਹੜਾ ਅਗਿਆਨੀ ਦਾ ਹਿਰਦਾ ਬੇਸਮਝਦਾ, ਪੜਦੇ ਕੋ ਜਲ ਜਾਨ ਹਸੋ, ਉਹ ਅਗਿਆਨੀ ਤੇ ਐਵੇਂ ਵੀ ਜਿਵੇਂ ਪੜਦੇ ਦਾ ਜਲ, ਧਰਤੀ ਰੂਪ ਪੜਦੇ ਦਾ ਜਲ ਦੇ, ਜਿਹੜੀ ਧਰਤੀ ਰੂਪ ਪੜਦਾ ਉਹਦੇ ਹੇਠਾਂ ਜਲ ਹੈ, ਜਿਵੇਂ ਇਸ ਤਰ੍ਹਾਂ ਜਾਣੋ ਉਸ ਨੂੰ। ਤਹ ਤਤਕਾਲ ਹਾਥ ਨਹਿ ਆਈ, ਐਸੇ ਅਗਿਆਨੀ ਦੇ ਹੱਥਾਂ ਵਿੱਚ ਛੇਤੀ ਨਹੀਂ ਆਉਂਦਾ ਜਲ। ਹਰ ਛਿਤ ਮੈਂ ਜਲ ਹੋਇ ਸਭ ਥਾਈ, ਪਰ ਵੇਖ ਲੋ ਵੀ ਜਿਹੜਾ ਜਲ ਉਹ ਤੇ ਸਾਰੀ ਧਰਤੀ ਵਿੱਚ ਹੀ ਹੈ। ਤਿਉ ਪਰਮੇਸ਼ਰ ਹੈ ਸਭ ਮਾਹੀ, ਪਿਤਾ ਜੀ ਇਸੇ ਤਰ੍ਹਾਂ ਪਰਮੇਸ਼ਰ ਸਾਰੇ ਥਾਵਾਂ ਵਿੱਚ ਹੀ ਸਮਾਇਆ ਹੋਇਆ, ਸਾਰੇ ਜੀਵਾਂ ਵਿੱਚ ਹੀ ਹੈ। ਪ੍ਰਗਟਨ ਦੁਰ ਨ ਕਹੀ ਬਿਦ ਯਾਹੀ, ਇਸੇ ਵਾਸਤੇ ਅਸਾਂ ਨੇ ਵਾਹਿਗੁਰੂ ਦੇ ਪ੍ਰਗਟ ਤੇ ਗੁਪਤ ਅਲੋਪ ਹੋਣ ਦੀ ਵਿਧੀ ਢੰਗ ਤਰੀਕੇ ਨਾਲ ਇਹ ਕਥਾ ਵਿਧੀ ਕਹੀ ਹੈ। ਇਹ ਜੋ ਜਗਤ ਬਣਾਓ ਬਣਿਓ ਹੈ, ਇਹ ਸੰਸਾਰ ਦਾ ਜੋ ਬਣਾਓ ਬਣਿਆ, ਬਣਾਵਟ ਬਣੀ ਹੋਈ ਹੈ। ਪਰਮਾਤਮ ਬਿਨ ਕੌਣ ਗੁਣਿਓ ਹੈ, ਪਿਤਾ ਜੀ ਇਹ ਸੰਸਾਰ ਦੇ ਵਿੱਚ ਉਸ ਪਰਮੇਸ਼ਰ ਪਰਮਾਤਮਾ ਤੋਂ ਬਿਨਾਂ ਤੁਸਾਂ ਨੇ ਕੌਣ ਵਿਚਾਰਿਆ ਵੀ ਹੋਰ ਕੋਈ ਰਿੰਦਾ ਇੱਥੇ। ਜਿਉ ਨਿਜ ਰੂਪ ਬੀਜ ਬੜ ਧਾਰਤ, ਜਿਵੇਂ ਬੀਜ ਆਪਣਾ ਬੜਾ ਤਗੜਾ ਹੀ ਰੂਪ ਧਾਰ ਲੈਂਦਾ ਹੈ, ਵੈ ਕਰ ਬਿਟ ਭਲੇ ਵਿਸਤਾਰਤ, ਉਹ ਵੱਡਾ ਸਾਰਾ ਬ੍ਰਿਸ਼ ਹੋ ਕਰਕੇ ਚੰਗਾ ਹੀ ਆਪਣਾ ਵਿਸਥਾਰ ਕਰ ਲੈਂਦਾ ਬੀਜ। ਤਿਹ ਬੀਰਜ ਕੋ ਖੋਜੈ ਕੋ, ਜੇ ਕੋਈ ਬੇਸਮਝ ਉਹ ਬੀਜ ਨੂੰ ਦਰਖਤ ਵਿੱਚੋਂ ਖੋਜਣ ਲੱਗ ਪਵੇ, ਭਾਲਣ ਲੱਗ ਪਵੇ ਵੀ ਮੈਂ ਬੀਜ ਲੱਭ ਲਾਂ। ਕਾਠ ਪੱਤਰ ਪੁਸ਼ਪਾਦਿਕ ਜੋ, ਲੱਕੜ ਵਿੱਚ ਲੱਭੇ ਨਹੀਂ ਮਿਲੇਗਾ, ਪੱਤਿਆਂ ਵਿੱਚ ਲੱਭੇ ਨਹੀਂ ਮਿਲੇਗਾ, ਫੁੱਲਾਂ ਵਿੱਚ ਲੱਭੇ ਤਾਂ ਵੀ ਨਹੀਂ ਮਿਲੇਗਾ। ਤਹ ਤੇ ਹਾਥ ਨਾ ਆਵਹਿ ਕਬਹੀ, ਉਸ ਬੇਸਮਝ ਨੂੰ ਕਾਠ ਲੱਕੜ ਵਿੱਚੋਂ, ਪੱਤਿਆਂ ਫੁੱਲਾਂ ਵਿੱਚੋਂ ਕਦੇ ਨਹੀਂ ਉਹ ਲੱਭ ਸਕਦਾ, ਬੀਜ ਹੱਥ ਨਹੀਂ ਆ ਸਕਦਾ ਉਸ ਦੇ। ਖੋਜਤ ਰਹਿ ਆਰਬਲ ਸਭਹੀ, ਭਾਵੇਂ ਉਹ ਮਨੁੱਖ ਸਾਰੀ ਉਮਰ ਹੀ ਖੋਜਦਾ ਰਹੇ, ਲੱਭਦਾ ਰਹੇ ਬੀਜ ਨੂੰ। ਜੇ ਫਲ ਕੋ ਖੋਜਹਿ ਭਲ ਭਾਂਤੀ, ਪਰ ਜੇ ਕੋਈ ਸਿਆਣਾ ਪੁਰਸ਼ ਫਲ ਨੂੰ ਚੰਗੀ ਤਰ੍ਹਾਂ ਜਿਹੜਾ ਉਹਦੇ ਵਿੱਚੋਂ ਬੀਜ ਨੂੰ ਖੋਜੇ ਲੱਭੇ, ਪਾਏ ਬੀਜ ਹੋਇ ਸੀਤਰ ਛਾਤੀ, ਉਹ ਫਲ ਵਿੱਚੋਂ ਬੀਜ ਨੂੰ ਪਾ ਲੈਂਦਾ ਹੈ ਤੇ ਉਹਦੀ ਛਾਤੀ ਠੰਡੀ ਹੋ ਜਾਂਦੀ ਹੈ। ਤਿਉ ਪਰਮੇਸ਼ਰ ਖੋਜਨ ਵਾਰੇ, ਤਿਵੇਂ ਹੀ ਪਿਤਾ ਜੀ ਉਸ ਪਰਮੇਸ਼ਰ ਨੂੰ ਖੋਜਣ ਵਾਲੇ ਤਿੰਨ ਤਰ੍ਹਾਂ ਦੇ ਜੀਵ ਹਨ। ਕਾਠ ਤਾਮਸੀ ਜਿਉ ਨਿਹਾਰੇ, ਪਹਿਲੇ ਤੇ ਜਿਹੜੇ ਜੀਵ ਹੈ ਉਹ ਤਾਮਸੀ ਸੁਭਾਅ ਵਾਲੇ ਆ, ਗੁੱਸੇ ਖੋਰੇ ਜੇ ਐਵੇਂ ਲੋਕਾਂ ਨਾਲ ਵੱਧ ਘੱਟ ਬੋਲਣ ਵਾਲੇ, ਉਹਨਾਂ ਨੂੰ ਉਹ ਪਹਿਲੇ ਤਾਮਸੀ ਜੀਵ ਬ੍ਰਿਸ਼ ਦੀ ਕਾਠ ਲੱਕੜ ਦੇ ਵਾਂਗ ਦੇਖੇ ਜਾਂਦੇ ਐ। ਬਚਨ ਕਠੋਰ ਕਹਿਨ ਹੈ ਜੋ, ਉਹਨਾਂ ਤਾਮਸੀ ਕ੍ਰੋਧੀਆਂ ਪੁਰਸ਼ਾਂ ਦਾ ਜਿਹੜਾ ਕਠੋਰ ਸਖਤ ਬਚਨ ਦਾ ਕਹਿਣਾ ਹੈ, ਬੋਲਣਾ ਹੈ ਹਫੜੇ ਦਫੜੀ ਨਾਲ। ਲੱਖ ਕਠੋਰ ਪਨ ਤਾਂ ਮਹਿਸੋ, ਲੱਖ ਕਠੋਰ ਪਨ ਤਾਂ ਮਹਿਸੋ। ਪਿਤਾ ਜੀ ਉਸ ਤਾਮਸੀ ਜੀਵ ਦੇ ਵਿੱਚ ਕਠੋਰਪਣਾ ਨਾ ਜਿਹੜਾ, ਉਹ ਲੱਕੜ ਦੀ ਵਾਂਗ ਹੀ ਜਾਣ ਲਿਓ। ਜਿਵੇਂ ਲੱਕੜ ਸਖਤ ਹੁੰਦੀ ਹੈ, ਬੜੀ ਕਰੜੀ ਹੁੰਦੀ ਹੈ, ਜਿਹੜਾ ਉਹ ਤਾਮਸੀ ਜੀਵ ਦਾ ਕਠੋਰ ਬਚਨ ਕਹਿਣਾ ਹੈ,
ਇਹ ਉਹਦੇ ਵਿੱਚ ਕਠੋਰਪਣਾ ਜਾਣ ਲੋ ਲੱਕੜ ਵਾਂਗ। ਤਹਿ ਤੇ ਈਸ਼ਰ ਹਾਥ ਨਾ ਆਵੈ। ਉਸ ਪਾਸੋਂ ਵੀ ਜਿਹੜਾ ਬੀਜ ਰੂਪ ਈਸ਼ਰ ਪਰਮਾਤਮਾ ਹੱਥ ਨਹੀਂ ਆਉਂਦਾ। ਜੋ ਸਿਕਤਾ ਤੇ ਤੇਲ ਨਾ ਪਾਵੈ। ਜਿਵੇਂ ਰੇਤਾ ਵਿੱਚੋਂ ਕੋਈ ਤੇਲ ਲੱਭੇ, ਤੇਲ ਨਹੀਂ ਪਾ ਸਕਦਾ। ਇਹ ਰਾਜਸੀ ਪੱਤਰ ਸਮਾਨਾ। ਜਿਹੜੇ ਰਾਜਸੀ ਪੁਰਸ਼ ਹੈ, ਮਾਇਆਧਾਰੀ ਲੋਕ ਹੈ, ਠਾਠ ਬਾਠ ਵਾਲੇ, ਉਹ ਬ੍ਰਿਸ਼ ਦੇ ਪੱਤਰਿਆਂ ਸਮਾਨ ਹੈ। ਛਾਇਆ ਤੇ ਸੁਖ, ਛਾਇਆ ਦੇ ਸੁਖ ਬਿਖੈ ਮਹਾਨਾ। ਉਹ ਛਾਂ ਵਾਂਗੂ ਵਿਸ਼ੇ ਸੁਖ ਤੇ ਦਿੰਦੇ ਹਨ। ਜੋ ਰਜੋਗੁਣੀ ਸੁਭਾਅ ਵਾਲੇ ਆ, ਰਾਜ ਭਾਗ ਵਾਲੇ, ਠਾਠੀਏ ਬਾਠੀਏ ਬਹੁਤੇ ਮਾਇਆਧਾਰੀ ਜੇ, ਉਹ ਵਿਸ਼ਿਆਂ ਦੇ ਸੁਖ ਰੂਪੀ ਛਾਂ ਦੇ ਦਿੰਦੇ, ਸੁਖ ਬਹੁਤੇ ਦੇ ਦਿੰਦੇ ਹਨ। ਤਿਨ ਤੇ ਹਰੀ ਪਾਏ ਨਹਿ ਕਾਸੇ। ਪਰ ਕਿਸੇ ਤਰ੍ਹਾਂ ਵੀ ਜੋ ਹਰੀ ਬੀਜ ਰੂਪ ਪਰਮੇਸ਼ਰ ਉਹ ਪਾ ਨਹੀਂ ਸਕੀਦਾ। ਅੰਧੇ ਕੋ ਮਗ ਮੋਤੀ ਜਾਸੇ। ਜਿਵੇਂ ਅੰਧਾ ਰਸਤੇ ਵਿੱਚ ਤੁਰਿਆ ਜਾਵੇ, ਮੋਤੀ ਪਏ ਹੁਣ, ਉਹ ਕੀ ਜਾਣੇ ਮੋਤੀ ਨੂੰ ਲੱਭ ਨਹੀਂ ਸਕਦਾ, ਪਾ ਨਹੀਂ ਸਕਦਾ। ਪੁਸ਼ਪ ਸਮਾਨ ਸਾਧਕੀ ਜੇ। ਜਿਹੜੇ ਸਤੋ ਗੁਣੀ ਹੈ, ਥੋੜਾ ਗਿਆਨ ਰੱਖਦੇ ਹੈ, ਉਹ ਫੁੱਲਾਂ ਦੇ ਸਮਾਨ ਹਨ। ਮధుਰ ਬਚਨ ਗੰਧ ਧਾਰਹਿ ਤੇ। ਜਿਵੇਂ ਫੁੱਲ ਵਿੱਚ ਸੁਗੰਧੀ ਹੁੰਦੀ ਹੈ, ਐਵੇਂ ਮਿੱਠੇ ਬਚਨ ਰੂਪੀ ਸੁਗੰਧੀ ਧਾਰਦੇ ਸਤੋ ਗੁਣੀ ਪੁਰਸ਼ ਗਿਆਨੀ। ਤਿਨ ਤੇ ਕੁਸ਼ਕ ਹੋਤ ਸੁਧਕਾਰ। ਉਹਨਾਂ ਦਾ ਕੁਝ ਪਰਮੇਸ਼ਰ ਦਾ ਬੀਜ ਰੂਪ ਦਾ ਜਿਹੜਾ ਸੁੱਧ ਖਬਰ ਰੂਪੀ ਕਾਰਜ, ਕੁਝ ਸੌਰਦਾ ਹੁੰਦਾ ਹੈ, ਕੁਝ ਕਾਰਨ ਜਿਹੜਾ ਸ਼ੁੱਧ ਉਹ ਸੌਰਦਾ ਹੈ। ਨਹਿ ਪਾਇਤ ਹੈ ਪ੍ਰਭੂ ਅਪਾਰਾ। ਪਿਛਲੀ ਤੋਂ ਦੁਬਾਰਾ ਪੜ੍ਹ। ਤਿਨ ਤੇ ਕੁਸ਼ਕ ਹੋਤ ਸੁਧਕਾਰ। ਉਹਨਾਂ ਦਾ ਕੁਝ ਜਿਹੜਾ ਸ਼ੁੱਧ ਕਾਰਜ ਸਵਰਦਾ ਹੈ, ਕੁਝ ਹੀ ਕਾਰਜ ਹੁੰਦਾ ਹੈ ਪਰਮੇਸ਼ਰ ਦੇ ਬਾਰੇ ਜਾਣਨ ਦਾ। ਨਹਿ ਪਾਇਤ ਹੈ ਪ੍ਰਭੂ ਅਪਾਰਾ। ਪਰ ਜੋ ਪ੍ਰਭੂ ਪਰਮੇਸ਼ਰ ਬੇਅੰਤ ਬੀਜ ਰੂਪ, ਉਹ ਵੀ ਨਹੀਂ ਪਾਇਆ ਜਾ ਸਕਦਾ। ਜੋ ਫੁੱਲਾਂ ਸਮਾਨ ਹੈ, ਸਤੋ ਗੁਣੀ ਗਿਆਨੀ ਹੈ ਫਲ ਕੇਰ ਸਮਾਨਾ। ਪਰ ਪਿਤਾ ਜੀ ਜਿਹੜੇ ਬ੍ਰਹਮ ਗਿਆਨੀ ਹੈ ਨਾ ਮਹਾਤਮਾ, ਉਹ ਤੇ ਬ੍ਰਿਸ਼ ਦੇ ਫਲ ਦੇ ਸਮਾਨ ਹਨ। ਬੀਜ ਰੂਪ ਤਹ ਪ੍ਰਭੂ ਮਿਲਾਨਾ। ਬੀਜ ਰੂਪੀ ਜੋ ਪਰਮੇਸ਼ਰ ਹੈ, ਜੋ ਫਲ ਰੂਪੀ ਗਿਆਨੀ ਹੈ, ਉਹਨਾਂ ਪਾਸੋਂ ਬੀਜ ਰੂਪੀ ਪਰਮੇਸ਼ਰ ਮਿਲਦਾ ਹੈ। ਇਸੇ ਤਰ੍ਹਾਂ ਬੀਜ ਵਾਂਗੂ ਜਿਹੜਾ ਰੱਬ ਹੈ ਨਾ, ਉਹਨਾਂ ਵਿੱਚ ਮਿਲਿਆ ਹੋਇਆ ਜਿਹੜੇ ਗਿਆਨੀ ਹੈ ਫਲ ਦੇ ਸਮਾਨ। ਪਰ ਸਥਾਨ ਸੋ ਪਾਵਤ ਨਾਹੀ। ਹੋਰ ਕੋਈ ਸਥਾਨ ਤੋਂ ਪਾਇਆ ਨਹੀਂ ਜਾਂਦਾ ਬੀਜ ਰੂਪ ਪਰਮੇਸ਼ਰ ਨੂੰ, ਉਹ ਫਲ ਵਿੱਚ ਹੀ ਹੁੰਦਾ ਹੈ ਬੀਜ। ਬਸ ਹੈ ਸਦਾ ਸਤ ਸੰਗਤ ਮਾਹੀ। ਵਾਹਿਗੁਰੂ ਦੀ ਜਿਹੜੀ ਸਤ ਸੰਗਤ ਹੈ, ਗਿਆਨੀ ਪੁਰਸ਼ਾਂ ਦੀ ਸਤ ਸੰਗਤ, ਉਹਦੇ ਵਿੱਚ ਹੀ ਵਸਦਾ ਹਮੇਸ਼ਾ ਬੀਜ ਰੂਪ ਪਰਮੇਸ਼ਰ। ਸਤ ਸੰਗ ਫਲ ਦੀ ਨਿਆਈ ਹੈ। ਵਾਹਿਗੁਰੂ ਬੀਜ ਰੂਪ ਜੋ ਹੈ, ਜੋ ਵਾਹਿਗੁਰੂ ਬੀਜ ਰੂਪ ਹੈ, ਉਹ ਵਸਦਾ ਹੈ ਸਾਧ ਸੰਗਤ ਰੂਪੀ ਫਲ ਦੇ ਵਿੱਚ। ਹੇ ਪਿਤ ਇੱਕ ਪਰਮਾਤਮ ਸਾਰੇ। ਹੇ ਪਿਤਾ ਜੀ ਇੱਕ ਹੀ ਪਰਮਾਤਮਾ ਹੀ ਹੈ, ਸਾਰੇ ਵਸ ਰਿਹਾ। ਰਾਗ ਦਵੈਖ ਕਿਉ ਕਰਹੁ ਵਿਚਾਰੇ। ਇਹ ਤੁਸੀਂ ਵਿਚਾਰ ਜੀ ਕਰਕੇ ਪਿਆ ਸਾਡਾ ਤੇ ਪ੍ਰੇਮ ਕਰੀਏ, ਬਗਾਨਾ ਈਰਖਾ ਕਰੀਏ, ਇਹ ਕਿਉਂ ਕਰਦੇ ਹੋ? ਅਪਰ ਕਲਪਨਾ ਤੇ ਮਨ ਰੋਕੋ। ਜਿਹੜੀਆਂ ਹੋਰ ਕਲਪਨਾ ਹੈ, ਮੰਦੇ ਖਿਆਲ ਹੈ ਮਨ ਦੇ, ਸਾਰੇ ਮਨ ਤੋਂ ਰੋਕੋ। ਸਰਬ ਸਥਾਨ ਏਕ ਅਵਲੋਕੋ। ਸਾਰੇ ਥਾਂ ਵਿੱਚ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਵੇਖੋ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਖਾਲਕ ਖਲਕ ਮੈਂ ਖਾਲਕ, ਪੂਰ ਰਹੋ ਸਰਬ ਠਾਈ। ਉਹਦੇ ਹਰ ਥਾਂ ਹੀ ਹੈ ਮਾਲਕ, ਉਸ ਨੂੰ ਹੀ ਦੇਖੋ ਜੀ। ਜਗਤ ਮੋਹਨੀ ਜੋ ਇਹ ਮਾਇਆ। ਇਹ ਜੋ ਪਰਮੇਸ਼ਰ ਦੀ ਮਾਇਆ, ਸੰਸਾਰ ਨੂੰ ਮੋਹ ਲੈਣ ਵਾਲੀ ਮਾਇਆ, ਮਮਤਾ ਮੋਹਣੀ, ਜਿਨ ਵਿਣ ਦੰਤਾ ਜਗ ਖਾਇਆ। ਇਸ ਬਿਦ ਜਾਨਹੁ ਜਿਉ ਤਨ ਛਾਇਆ। ਇਹਦੇ ਪਿਤਾ ਜੀ ਇਸ ਤਰ੍ਹਾਂ ਜਾਣ ਲਓ ਜਿਵੇਂ ਸਰੀਰ ਦੀ ਛਾਇਆ ਪਰਛਾਵਾਂ ਹੁੰਦਾ ਹੈ। ਸ੍ਰੀ ਕਰਤਾਰ ਜੋ ਭਾਨ,
ਸ੍ਰੀ ਕਰਤਾਰ ਸੋ ਭਾਨ ਸਮਾਨਾ। ਜੋ ਕਰਤਾ ਹੈ ਨਾ ਪਰਮੇਸ਼ਰ ਵਾਹਿਗੁਰੂ ਪਿਤਾ ਜੀ, ਉਹ ਸੂਰਜ ਸਮਾਨ ਹੈ। ਜਬ ਇਹ ਨਰ ਸਨਮੁਖ ਤਿਹ ਪਿਆਨਾ। ਜਦੋਂ ਇਹ ਮਨੁੱਖ ਸੂਰਜ ਦੇ ਵਾਹਿਗੁਰੂ ਰੂਪੀ ਸੂਰਜ ਦੇ ਸਾਹਮਣੇ ਗੁਰਮੁਖ ਹੋ ਕੇ ਚੱਲਣਾ ਕਰਦਾ ਹੈ। ਛਾਇਆ ਸਮ ਤਿਹ ਪੀਛੇ ਲਾਗੇ। ਜਿਵੇਂ ਮਨੁੱਖ ਸੂਰਜ ਵੱਲ ਚੱਲੇ ਤੇ ਜਿਹੜਾ ਉਹਦਾ ਪਰਛਾਵਾਂ ਪਿੱਛੇ ਲੱਗ ਕੇ ਚੱਲਦਾ ਹੈ, ਇਸੇ ਤਰ੍ਹਾਂ ਮਾਇਆ ਰੂਪੀ ਛਾਇਆ ਉਹਦੇ ਪਿੱਛੇ ਪਿੱਛੇ ਚੱਲਦੀ ਹੈ, ਲੱਗਦੀ ਹੈ। ਕੌਣ ਨਾ ਆਦਰ ਹਰ ਅਨੁਰਾਗੇ। ਉਹ ਵਾਹਿਗੁਰੂ ਦੇ ਜਿਹੜੇ ਅਨੁਰਾਗੀ ਹੈ, ਪਰਮੇਸ਼ਰ ਦੇ ਪਿਆਰੇ ਹੈ, ਫਿਰ ਇਸ ਮਾਇਆ ਦਾ ਉਹ ਨਹੀਂ ਆਦਰ ਉਦਰ ਕਰਦੇ, ਉਹ ਨਹੀਂ ਸਨਮਾਨ ਕਰਦੇ। ਮਾਇਆ ਉਹਨਾਂ ਦੇ ਪਿੱਛੇ ਲੱਗੀ ਰਹਿੰਦੀ ਹੈ। ਉਹ ਸੰਤ ਅੱਗੇ ਅੱਗੇ ਵਾਹਿਗੁਰੂ ਵੱਲ ਮੂੰਹ ਕਰਕੇ ਰੱਖਦੇ ਹੈ। ਉਹ ਤੇ ਇਵੇਂ ਕਰਦੇ, ਨਕਟੀ ਕੋ ਠਣਗਣ ਬਾਡਾ ਡੋ, ਕਿੰਨੇ ਵਿਵੇਕੀ ਕਾਟੀ ਤੂੰ। ਭਗਤ ਜੀ ਕਹਿੰਦੇ ਕਿੰਨੀਆਂ ਵਿਵੇਕੀਆਂ ਨੇ ਤੈਨੂੰ ਕੱਟ ਦਿੱਤਾ, ਮਾਇਆ ਚਲ ਜਾ ਇੱਥੋਂ। ਜਦੋਂ ਨਾ ਹੀ ਹਟੀ ਫਿਰ ਕਹਿੰਦੇ ਨਾਕੋਂ ਕਾਟੀ ਕਾਨੋਂ ਕਾਟੀ ਕਾਟ ਕੂਟ ਕੇ ਡਾਰੇ। ਪੁੱਤਰ ਕਮਾਲੇ ਨੂੰ ਕਿਹਾ ਪੁੱਤਰ ਲਿਆ ਇੱਥੋਂ ਕੈਂਚੀ ਫੜ ਕੇ। ਉਹ ਮਾਇਆ ਜਿਹੜੀ ਵੇਰੀ ਫਿਰਦੀ ਸੀ ਨਾ, ਉਹਦੀ ਗੋਤੀ ਵੀ ਕੱਟ ਦਿੱਤੀ, ਉਹਦਾ ਨੱਕ ਵੀ ਕੱਟ ਦਿੱਤਾ ਤੇ ਕਾਟ ਕੂਟ ਕੇ ਧੱਕੇ ਮਾਰ ਕੇ ਬਾਹਰ ਕੱਢ ਕੇ ਸੁੱਟ ਦਿੱਤੀ। ਐਵੇਂ ਉਹ ਰੱਬ ਦੇ ਪਿਆਰੇ ਜਿਹੜੇ ਆ ਗੁਰੂ ਰੂਪੀ ਪਰਮੇਸ਼ਰ ਰੂਪੀ ਸੂਰਜ ਵੱਲ ਆਪਣਾ ਮੁਖ ਕਰਦੇ ਆ ਗੁਰਮੁਖ ਹੋ ਕੇ। ਤੇ ਜਿਹੜੇ ਹਰੀ ਦੇ ਪ੍ਰੇਮੀ ਪਿਆਰੇ ਹੈ ਮਾਲਕ ਪਰਮੇਸ਼ਰ ਦੇ, ਫਿਰ ਉਹ ਇਹ ਜਿਹੜੀ ਮਾਇਆ ਪਰਛਾਵਾਂ ਰੂਪ ਪਿੱਛੇ ਲੱਗੀ ਰਹਿੰਦੀ ਉਹਨਾਂ ਦੇ, ਇਹਦਾ ਉਹ ਆਦਰ ਨਹੀਂ ਕਰਦੇ। ਸਤਿਗੁਰੂ ਨਾਨਕ ਦੇਵ ਮਹਾਰਾਜ 12 ਕੋਹ ਨੂੰ ਪਿੱਛੇ ਰੱਖਦੇ ਸਨ। ਹਰ ਤੇ ਪੀਠ ਜੋ ਫੇਰ ਪਿਆਨਾ। ਪਰ ਪਿਤਾ ਜੀ ਜਿਹੜੇ ਵਾਹਿਗੁਰੂ ਤੋਂ ਪਿੱਠ ਫੇਰ ਕੇ ਚੱਲਣਾ ਕਰਦੇ ਮਾਇਆ ਦੇ ਪਿੱਛੇ। ਮਾਇਆ ਗਹਿਨ ਚਹ ਨਰ ਆਨਾ। ਤੇ ਇਹ ਆਨਾ ਕਹੀਏ ਬੇਸਮਝ ਪੁਰਸ਼ ਜਿਹੜਾ ਮਾਇਆ ਨੂੰ ਫੜਨਾ ਚਾਹੁੰਦਾ ਵੀ ਫੜ ਲਵਾਂ। ਤਬ ਛਾਇਆ ਸਮ ਆਗਾ ਧਾਈ। ਜਿਵੇਂ ਸੂਰਜ ਨੂੰ ਕੋਈ ਪਿੱਠ ਕਰ ਲਵੇ ਤੇ ਉਹ ਚੱਲੇ ਬਾਅਦ ਵਿੱਚ ਪਿਛਾਂਹ ਨੂੰ, ਤੇ ਉਹ ਜਿਹੜੀ ਛਾਇਆ ਨਾ ਪਰਛਾਵਾਂ ਅੱਗੇ ਹੋ ਜਾਂਦਾ, ਤੇ ਉਹਨੂੰ ਹੁਣ ਕੋਈ ਮੂਰਖ ਬੇਸਮਝ ਫੜਨਾ ਚਾਹੇ ਫੜ ਲਵਾਂ, ਫੜ ਨਹੀਂ ਸਕਦਾ। ਇਸੇ ਤਰ੍ਹਾਂ ਵਾਹਿਗੁਰੂ ਕੀ ਹੈ ਸੂਰਜ ਸਮਾਨ, ਜਿਹੜਾ ਉਸ ਵਾਹਿਗੁਰੂ ਦੇ ਵੱਲੋਂ ਪਿੱਠ ਕਰਕੇ ਤੇ ਇੱਧਰ ਮਾਇਆ ਵੱਲ ਕਰਦਾ ਨਾ ਮੁਖ, ਜੋ ਪਰਛਾਵਾਂ ਰੂਪ ਹੈ, ਤੇ ਇਹਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ। ਉਹ ਫੜਨ ਦੀ ਕੋਸ਼ਿਸ਼ ਕਰਦਾ, ਪਰ ਪਰਛਾਵਾਂ ਰੂਪ ਮਾਇਆ ਅੱਗੇ ਅੱਗੇ ਦੌੜੀ ਜਾਂਦੀ, ਉਹਦੇ ਬਰਾਬਰ ਨਹੀਂ ਹੋ ਸਕਦਾ ਉਹ ਮੂਰਖ। ਕਰ ਜਤਨ ਬਹੁ ਕਰ ਨਹਿ ਆਈ। ਉਹ ਨੇਕਾਂ ਯਤਨ ਵੀ ਕਰੇ ਨਾ ਬਹੁਤੇ, ਉਹਦੇ ਮਨ ਰੂਪੀ ਹੱਥ ਵਿੱਚ ਮਾਇਆ ਰੂਪੀ ਪਰਛਾਵਾਂ ਹੁੰਦਾ ਨਹੀਂ ਹੈ। ਜਾਂ ਤੇ ਸਭ ਕੋ ਜੋ ਹੈ ਮੂਲਾ। ਇਸ ਵਾਸਤੇ ਪਿਤਾ ਜੀ ਜੋ ਸਾਰਿਆਂ ਦਾ ਮੂਲ ਕਾਰਨ ਹੈ ਪਰਮੇਸ਼ਰ ਮੁੱਢ। ਸਿਮਰਹੁ ਪ੍ਰਭੂ ਹੋਏ ਅਨਕੂਲਾ। ਉਸ ਵਾਹਿਗੁਰੂ ਦੇ ਅਨੁਕੂਲ ਅਨੁਸਾਰੀ ਹੋ ਕੇ ਉਸ ਨੂੰ ਸਿਮਰੋ, ਯਾਦ ਕਰੋ। ਬਚਨਨ ਕੀ ਰਚਨਾ ਸੁਨ ਕਾਲੋ। ਬਚਨਨ ਕੀ ਰਚਨਾ, ਇਸ ਤਰ੍ਹਾਂ ਗਿਆਨ ਦੇ ਬਚਨਾਂ ਦੀ ਰਚਨਾ ਸੁਣ ਕੇ ਪਿਤਾ ਕਾਲੂ ਜੀ ਤਜੇ ਬਾਰ ਇੱਕ ਜਗਤ ਜੰਜਾਲੋ। ਇੱਕੇ ਵਾਰ ਹੀ ਸੰਸਾਰ ਦੇ ਜਿਹੜੇ ਫਾਹੇ ਜੰਜਾਲ ਛੱਡ ਹੀ ਦਿੱਤੇ। ਉਸ ਵੇਲੇ ਨਿਰਮਲ ਮਨ ਹੋਇ ਸਿਮਰਨ ਲਾਗਾ। ਮਨ ਤੇ ਨਿਰਮਲ ਹੋ ਗਿਆ, ਸਾਰਿਆਂ ਮਲ ਵਖੇਬ ਅਵਰਨ ਤੋਂ ਸਿਮਰਨ ਵਿੱਚ ਲੱਗ ਗਿਆ ਹੈ ਮਨ। ਉਪਜਿਓ ਗਿਆਨ ਮੋਹ ਤਮਰਾ ਭਾਗਾ। ਮੋਹ ਰੂਪੀ ਹਨੇਰਾ ਭੱਜ ਗਿਆ ਹੈ, ਗਿਆਨ ਰੂਪੀ ਸੂਰਜ ਚੜ ਗਿਆ, ਪੈਦਾ ਹੋ ਗਿਆ ਹੈ ਹਿਰਦੇ ਵਿੱਚ। ਨਿਸਬਾਸੁਰ ਹਰ ਸੌ ਲਿਵ ਲਾਗੀ। ਰਾਤ ਹੋਵੇ ਦਿਨ ਹੋਵੇ ਵਾਹਿਗੁਰੂ ਵਿੱਚ ਹੀ ਲਿਵ ਲਾਗੀ ਹੈ ਹੁਣ। ਹਿਰਦਾ ਦਵੈਤ ਜੇਤੀ ਸਭ ਭਾਗੀ। ਜਿੰਨੀ ਹਿਰਦੇ ਵਿੱਚ ਦਵੈਤ ਸੀ, ਦੁਤੀਆ ਭਾਵ ਸੀ, ਆ ਦੋ ਸੀ ਨਾ ਵੀ ਦੋ ਪੁਣਾ, ਉਹ ਹੈ ਇਹ ਹੈ, ਇਹ ਸਭ ਚਲਾ ਗਿਆ ਹੈ। ਏਕ ਲਖਿਓ ਪਰਮਾਤਮ ਸਾਰੇ। ਜਾਣ ਲਿਆ ਵੀ ਸਾਰੇ ਪਰਮਾਤਮਾ ਹੀ ਹੈ, ਅਗਲੇ ਪਾਸੇ ਵੀ ਪਰਮਾਤਮਾ ਹੈ, ਸਾਡੇ ਵਿੱਚ ਵੀ ਪਰਮਾਤਮਾ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਹੈ। ਅਨੇਕ ਕਲਪਨਾ ਕੀਨ ਨਿਵਾਰੇ। ਹੋਰ ਜਿਹੜੀਆਂ ਕਲਪਨਾ ਹੈ ਮੰਦ ਫੁਰਨੇ ਸਭ ਛੱਡ ਦਿੱਤੇ, ਦੂਰ ਕਰ ਦਿੱਤੇ। ਜੋ ਸਰਾਫ ਭੂਖਨ ਮਤ ਤਿਆਗੇ। ਜਿਵੇਂ ਆਸਨਿਆਰ
ਪਰ ਗਹਿਣੇ ਆ ਨਾ ਜਿਹੜੇ, ਉਹਨਾਂ ਵਿੱਚੋਂ ਮਤ ਜੀ ਬੁੱਧੀ ਜੀ ਛੱਡ ਦਿੰਦਾ। ਗਹਿਣਿਆਂ ਵਿੱਚ ਵੀ ਇਹ ਕਾਂਟੇ ਆ, ਇਹ ਹਾਰ ਹੈ, ਇਹ ਵੀ ਬਹੁਟੇ ਆ, ਝਾਂਜਰਾਂ ਸਭ ਛੱਡ ਦਿੰਦਾ ਉਹ ਮਤ ਆਪਣੀ। ਮੋਲ ਲੇਤ ਕੰਚਨ ਹਿਤ ਭਾਗੇ, ਮੋਲ ਲੈਨ ਕੰਚਨ ਹਿਤ ਭਾਗੇ। ਬਸ ਸੋਨੇ ਦੇ ਪ੍ਰੇਮ ਵਿੱਚ ਲੱਗ ਕੇ ਵੀ ਇਹ ਸੋਨਾ ਕੈਸਾ, ਤੇ ਮੁੱਲ ਉਹ ਲੈਂਦਾ ਹੈ ਤੇ ਦਿੰਦਾ ਹੈ। ਕਿਤਕ ਕਾਲ ਸਰੀਤ ਬਤਾਵਾ, ਕਿੰਨਾ ਸਮਾਂ ਇਹ ਸਤਿਗੁਰ ਜੀ ਨੇ ਇਸ ਤਰ੍ਹਾਂ ਤਲਵੰਡੀ ਨਗਰ ਵਿੱਚ ਹੀ ਲੰਘਾਇਆ ਬਿਤਾਇਆ ਹੈ। ਸਮਾ ਸ਼ਰਾਧ ਕਰਨ ਕੋ ਤਾਵਾ, ਕੀ ਕਰਦਾ ਹੋਵੇ ਸਮਾ ਸ਼ਰਾਧ ਕਰਨ ਕੋ ਆਵਾ। ਜੋ ਇਧਰੋਂ ਸਮਾਂ ਸ਼ਰਾਧਾਂ ਦਾ ਅੱਸੂ ਦਾ ਮਹੀਨਾ ਚੜ੍ਹ ਆਇਆ, ਜਦੋਂ ਸ਼ਰਾਧ ਹੁੰਦੇ ਆ ਪੂਰਨਮਾਸ਼ੀ ਤੋਂ ਲੈ ਕੇ ਮੱਸਿਆ ਤੱਕ ਸ਼ਰਾਧ ਹੁੰਦੇ ਅੱਸੂ ਦੇ ਮਹੀਨੇ ਵਿੱਚ, ਉਹ ਸ਼ਰਾਧ ਕਰਨ ਦਾ ਸਮਾਂ ਜਿਹੜਾ ਆ ਗਿਆ। ਫਿਰ ਸਤਿਗੁਰੂ ਜੀ ਦੇ ਪਿਤਾ ਜੀ ਜਿਵੇਂ ਸ਼ਰਾਧ ਕਰਨ ਲੱਗੇ ਆ, ਅਤੇ ਮਹਾਰਾਜ ਜੀ ਨੇ ਰੋਕਿਆ ਵੀ ਇਹਨਾਂ ਦੀ ਕੋਈ ਜ਼ਰੂਰਤ ਨਹੀਂ ਹੈ। ਹੁਣ ਤਾਂ ਸਾਡੇ ਦਾਦਾ ਦਾਦੀ ਜੀ ਦੇ ਉੱਥੇ ਚਲੇ ਗਏ ਜਿੱਥੇ ਭੋਜਨ ਦੀ ਲੋੜ ਹੀ ਕੋਈ ਨਹੀਂ, ਉੱਥੇ ਤਾਂ ਪਦਾਰਥ ਬੇਅੰਤ ਹੈ। ਜਿਵੇਂ ਪਿਤਾ ਜੀ ਨੂੰ ਸਮਝਾਇਆ ਗਿਆਨ ਦੇ ਬਚਨ ਦੇ ਕੇ, ਉਹ ਪ੍ਰਸੰਗ ਆਪਾਂ ਕੱਲ੍ਹ ਸਰਵਣ ਕਰ ਲਵਾਂਗੇ। ਹੁਣ ਇੱਥੇ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਿਚਾਰਾਂ ਦੀ ਸਮਾਪਤੀ। ਜਿਉ ਸਰਾਫ ਭੂਖਨ ਮਤ ਤਿਆਗੇ, ਮੋਲ ਲੇਤ ਕੰਚਨ ਹਿਤ ਭਾਗੇ। ਕਿਤਕ ਕਾਲ ਇਸ ਰੀਤ ਬਿਤਾਵਾ, ਸਮਾ ਸਰਾਧ ਕਰਨ ਕੋ ਆਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ